ਅਸੀਂ ਚਾਨਣਾ ਦਾ ਹੋਕਾ ਦੇਣ ਵਾਲੇ ਹਨੇਰਿਆਂ ਤੋਂ ਨਹੀਂ ਡਰਦੇ। ਕਾਰਖਾਨਿਆਂ ਖੇਤਾਂ ਦੇ ਅਸੀਂ ਜਾਏ ਭੁੱਖ ਨਾਲ ਨਿੱਤ ਲੜਦੇ। ਅਸੀਂ ਹੀ ਹਾਂ ਮਿੱਟੀ ਵਿੱਚੋਂ ਸੋਨਾ ਪੈਦਾ ਕਰਦੇ, ਚਾਂਦੀ ਦੀਆਂ ਛਿੱਲੜਾਂ ਦੇ ਵੱਟੇ ਫਿਰ ਧਰਦੇ। ਕਦੋਂ ਮਿਹਨਤਾਂ ਦਾ ਸਹੀ ਮੁੱਲ ਪੈਣਾ ਉਸ ਦਿਨ ਦੀ ਉਡੀਕ ਕਰਦੇ। ਸਾਡੀ ਪਿੱਠ ਪਿੱਛ ਖੜੇ ਨਾਨਕ ਗੋਬਿੰਦ ਜੀ, ਰਾਜਗੁਰੂ ਸੁਖਦੇਵ ਅਤੇ ਭਗਤ ਸਿੰਘ ਜੀ। ਸਾਡੀ ਪਿੱਠ ਪਿੱਛੇ ਖੜੇ ਨਾਨਕ ਗੋਬਿੰਦ ਜੀ, ਰਾਜਗੁਰੂ ਸੁਖਦੇਵ ਅਤੇ ਭਗਤ ਸਿੰਘ ਜੀ। ਅਸੀਂ ਉਹਨਾਂ ਵਾਂਗੂ ਮੰਜ਼ਲਾਂ ਨੂੰ ਪਾਉਣਾ ਹੱਥ 'ਚ ਮਸ਼ਾਲਾਂ ਫੜ ਕੇ। ਅਸੀਂ ਚਾਨਣਾ ਦਾ ਹੋਕਾ ਦੇਣ ਵਾਲੇ ਹਨੇਰਿਆਂ ਤੋਂ ਨਹੀਂ ਡਰਦੇ। ਸਤਿ ਸ਼੍ਰੀ ਅਕਾਲ। ਸ਼ਹਾਦਤਾਂ ਸਫਰ ਕਿਸਾਨੀ ਸੰਘਰਸ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਪਿੱਛੇ ਤੁਹਾਨੂੰ ਖੇਤ ਨਜ਼ਰ ਆ ਰਹੇ ਹੋਣਗੇ, ਫਸਲਾਂ ਨਜ਼ਰ ਆਉਂਦੀਆਂ ਹੋਣਗੀਆਂ। ਜਦੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਸੀ ਉਦੋਂ ਇਹ ਚੇਤਨਤਾ ਔਰ ਜਾਗਰੂਕਤਾ ਪੈਦਾ ਕੀਤੀ ਗਈ ਸੀ ਕਿ ਇਹਨਾਂ ਫਸਲਾਂ ਔਰ ਆਉਣ ਵਾਲੀਆਂ ਨਸਲਾਂ ਦੀ ਲੜਾਈ ਹੈ। ਹਰ ਬੱਚੇ ਨੇ, ਹਰ ਬਜ਼ੁਰਗ ਨੇ, ਹਰ ਜਵਾਨ ਨੇ ਗੱਲ ਸਮਝੀ ਕਿ ਜੇ ਜ਼ਮੀਨਾਂ ਬਚਾਵਾਂਗੇ ਤਾਂ ਸਾਡੀਆਂ ਇਹ ਫਸਲਾਂ ਬਚਣਗੀਆਂ, ਜੇ ਸਾਡੀ ਧਰਤੀ ਮਾਂ ਬਚੇਗੀ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਬਚਣਗੀਆਂ। ਬੇਸ਼ੱਕ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ ਸਾਡੇ ਦੇਸ਼ ਦੇ ਹਾਕਮ ਨੇ ਇਹ ਕਹਿ ਕੇ ਕਾਨੂੰਨ ਵਾਪਸ ਲੈ ਲਏ ਕਿ ਕੁਝ ਇੱਕ ਲੋਕਾਂ ਨੂੰ ਸਮਝ ਨਹੀਂ ਆਏ, ਔਰ ਉਸ ਤੋਂ ਬਾਅਦ ਖੇਤੀ ਮੰਤਰੀ ਨਰਿੰਦਰ ਤੋਮਰ ਹੋਰਾਂ ਦਾ ਬਿਆਨ ਆਇਆ ਹੈ ਕਿ ਸਰਕਾਰ ਜਾਂ ਅਸੀਂ ਇੱਕ ਕਦਮ ਪਿੱਛੇ ਹਟੇ ਹਾਂ। ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿਰਤੀ ਲੋਕਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਨ ਦੀਆਂ ਤਿਆਰੀਆਂ ਸਾਡੀਆਂ ਸਰਕਾਰਾਂ ਨੇ ਕੀਤੀਆਂ ਹੋਈਆਂ ਨੇ। ਥੋੜ੍ਹੇ ਦਿਨ ਪਹਿਲਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਦੀ ਹਿੱਸੇਦਾਰੀ, ਪੰਜਾਬ ਦਾ ਜਿਹੜਾ ਰਾਖਵਾਂਕਰਨ ਸੀ ਉਹ ਖਤਮ ਕਰ ਦਿੱਤਾ ਗਿਆ। ਇਹ ਵੀ ਇੱਕ ਹੋਰ ਚਾਲ ਹੈ ਪੰਜਾਬ ਨੂੰ ਮਾਤ ਦੇਣ ਦੀ। ਜਦੋਂ ਸ਼ਹਾਦਤਾਂ ਦਾ ਜ਼ਿਕਰ ਕਰਦੇ ਹਾਂ, ਜਦੋਂ ਅੱਜ ਮੈਂ ਖੇਤਾਂ ਦੇ ਵਿੱਚ ਹਾਂ, ਜਦੋਂ ਆ ਪਗਡੰਡੀ ਤੁਹਾਨੂੰ ਨਜ਼ਰ ਆਉਂਦੀ ਹੈ, ਪਿੱਛੇ ਕੋਈ ਪਿੰਡ ਨਹੀਂ ਹੈ, ਇੱਕ ਡੇਰੇ ਦੇ ਵਿੱਚ ਪਹੁੰਚੇ ਹੋਏ ਹਾਂ। ਡੇਰਾ ਸ਼ਹੀਦ ਸੁਖਦੇਵ ਸਿੰਘ ਦਾ, ਜਿਨ੍ਹਾਂ ਦਾ ਪਿੰਡ ਦੀ ਜੂਹ, ਪਿੰਡ ਮੁਹਾਵਾ, ਜ਼ਿਲ੍ਹਾ ਅੰਮ੍ਰਿਤਸਰ, ਕਾਮਰੇਡ ਮੋਹਨ ਸਿੰਘ ਹੋਰਾਂ ਦਾ ਪਿੰਡ, ਜਿੱਥੇ ਚੇਤਨਤਾ ਦੀ ਇੱਕ ਜਗਦੀ ਮਿਸਾਲ ਹੈ। ਚੇਤਨਤਾ ਉੱਥੇ ਲਗਾਤਾਰ ਪਨਪਦੀ ਹੈ। ਸੁਖਦੇਵ ਸਿੰਘ ਜੀ, ਜਿਨ੍ਹਾਂ ਦੇ ਆਪਣੇ ਕੋਈ ਪੁੱਤਰ ਨਹੀਂ ਹੈ, ਚਾਰੇ ਧੀਆਂ ਨੇ, ਉਹਨਾਂ ਨੇ ਆਪਣੇ ਬਿਰਧ ਉਮਰ ਦੇ ਵਿੱਚ ਆ ਕੇ ਸਮਝ ਲਿਆ ਸੀ ਕਿ ਜੇਕਰ ਮੈਂ ਆਪਣੇ ਘਰ, ਆਪਣੇ ਡੇਰੇ ਨੂੰ, ਆਪਣੇ ਖੇਤ ਦੇ ਵਿੱਚ ਬਣਾਈ ਰੱਖਣਾ ਹੈ ਤਾਂ ਮੈਨੂੰ ਇਹਨਾਂ ਫਸਲਾਂ ਦੀ ਲੜਾਈ ਲੜਨੀ ਪੈਣੀ ਹੈ, ਇਹਨਾਂ ਨਸਲਾਂ ਦੀ ਲੜਾਈ ਲੜਨੀ ਪੈਣੀ ਹੈ। ਆਓ ਤੁਹਾਨੂੰ ਸ਼ਹੀਦ ਸੁਖਦੇਵ ਹੋਰਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮਿਲਾਵਾਂਗੇ, ਪਿੰਡ ਦੇ ਵਾਸੀਆਂ ਨਾਲ ਵੀ ਮਿਲਾਵਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਦਰਦ ਨੂੰ ਆਪਾਂ ਵੰਡਾ ਸਕੀਏ। ਆਓ ਚੱਲਦੇ ਹਾਂ, ਉਹਨਾਂ ਦੇ ਘਰ ਲੱਭਣ ਦੀ ਕੋਸ਼ਿਸ਼ ਕਰਦੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਂ ਕੀ ਹੈ ਜੀ ਤੁਹਾਡਾ? ਮੇਰਾ ਨਾਮ ਮਾਨ ਸਿੰਘ ਹੈ। ਮਾਨ ਸਿੰਘ ਜੀ, ਅਸੀਂ ਚੰਡੀਗੜ੍ਹੋਂ ਆਏ ਹਾਂ। ਹਾਂਜੀ। ਤੁਹਾਡੇ ਪਿੰਡ ਦੇ ਦੋ ਸ਼ਹੀਦ ਹੋਏ ਨੇ, ਇੱਕ ਤਾਂ ਮਾਤਾ ਰਜਿੰਦਰ ਕੌਰ, ਇੱਕ ਸ਼ਾਇਦ ਸ਼ਹੀਦ ਸੁਖਦੇਵ ਸਿੰਘ ਜੀ। ਹਾਂਜੀ। ਉਹਨਾਂ ਦੇ ਘਰੇ ਜਾਣਾ ਚਾਹੁੰਦੇ ਸੀ ਸਾਨੂੰ। ਮੈਂ ਤੁਹਾਨੂੰ ਨਾਲ ਲੈ ਚੱਲਦਾ। ਬਿਲਕੁਲ, ਇਹ ਬੜੀ ਵਧੀਆ ਗੱਲ ਹੈ। ਮਾਨ ਸਿੰਘ ਜੀ, ਮੈਂ ਗੱਲ ਨੋਟ ਕੀਤੀ ਹੈ ਕਿ ਤੁਸੀਂ ਆਪਣੇ ਆ ਲਾਇਆ ਹੋਇਆ, ਬੈਚ ਲਾਇਆ ਹੋਇਆ। ਹਾਂਜੀ। ਜਮਹੂਰੀ ਕਿਸਾਨ ਸਭਾ ਪੰਜਾਬ ਦਾ ਪਗੜੀ ਸੰਭਾਲ ਜੱਟਾ ਲਹਿਰ, ਚਾਚਾ ਅਜੀਤ ਸਿੰਘ ਹੋਰਾਂ ਦੀ ਜਿਹੜੀ ਤਸਵੀਰ, ਜਿਹੜਾ 9 ਮਹੀਨੇ ਇਤਿਹਾਸਕ ਅੰਦੋਲਨ ਚੱਲਿਆ। ਹਾਂਜੀ। ਕੀ ਤੁਸੀਂ ਜਥੇਬੰਦੀਆਂ ਨਾਲ ਜੁੜੇ ਹੋਏ ਹੋ? ਬਿਲਕੁਲ ਜੀ, ਜਥੇਬੰਦੀਆਂ ਨਾਲ ਅਤੇ ਕਿਸਾਨੀ ਲਹਿਰ ਦੇ ਵਿੱਚ ਜ਼ਿਆਦਾ ਰੋਲ ਅਦਾ ਕਰਦੇ ਹਾਂ। ਕਿਵੇਂ ਕਿਸਾਨੀ ਲਹਿਰ ਦੇ ਵਿੱਚ ਇਹ ਜਿਹੜਾ ਆਪਣੀ ਕਿਸਾਨੀ ਲਹਿਰ ਚੱਲੀ ਸੀ, ਤੁਸੀਂ ਆਪਣੇ ਪਿੰਡ ਦੇ ਵਿੱਚ ਕਿਵੇਂ ਜਾਗਰੂਕਤਾ ਪੈਦਾ ਕੀਤੀ ਸੀ ਇਹਨਾਂ ਨੂੰ, ਸੁਖਦੇਵ ਵਰਗਿਆਂ ਨੂੰ ਜਾਂ ਮਾਤਾ ਰਜਿੰਦਰ ਵਰਗਿਆਂ ਨੂੰ, ਜਾਂ ਪਿੰਡ ਦੇ ਜਿਹੜੇ ਹੋਰ ਜਥੇ ਜਾਂਦੇ ਸੀ? ਇਹ ਜੀ ਪ੍ਰੇਰਨਾ ਅਸੀਂ ਮਾਵਾ ਜੀ ਤੋਂ, ਕਾਮਰੇਡ ਮੋਹਨ ਸਿੰਘ ਮਾਵਾ ਜੀ ਤੋਂ ਲਈ ਜੀ। ਉਹਨੇ ਸਾਨੂੰ ਇਸੇ ਰਾਹ ਪਾਇਆ। ਸਾਡੇ ਦਾਦੇ ਪੜਦਾਦੇ ਪਿਓ ਸਾਡੇ ਸ਼ੁਰੂ ਤੋਂ ਹੀ ਲਗਾਤਾਰ ਤੁਰਿਆ ਇਹਨਾਂ ਦੇ ਨਾਲ। ਕਿਵੇਂ ਰਿਹਾ ਕਿਸਾਨੀ ਸੰਘਰਸ਼ ਦਾ ਸਫ਼ਰ? ਤੁਹਾਡਾ ਤਜਰਬਾ ਕਿਵੇਂ ਰਿਹਾ? ਇਹ ਜੀ ਬੜਾ ਔਖਾ ਜਿੱਤਿਆ ਗਿਆ ਆ। ਲੋਕੀ ਤੇ ਉਹ ਕਹਿੰਦੇ ਸੀ ਵੀ ਇਹ ਜਿੱਤਿਆ ਨਹੀਂ ਜਾਣਾ ਤੇ ਤੁਸੀਂ ਐਵੇਂ ਜਾਣ ਕੇ ਛਦਾਈਆਂ ਤੁਰ ਪੈਂਦੇ। ਮੈਂ ਕਿਹਾ ਸਾਡੀ ਤੇ ਮੰਜ਼ਿਲ ਹੀ ਉਹ ਆ, ਅਸੀਂ ਤੇ ਲੜਨਾ ਜਿੰਨਾ ਚਿਰ ਜਿਉਂਦੇ ਆ। ਲੋਕ ਇਹ ਕਹਿੰਦੇ ਰਹੇ ਕਿ ਤੁਸੀਂ ਤਾਂ ਛਦਾਈਆਂ ਵਾਂਗੂ ਤੁਰਦੇ। ਹਾਂਜੀ ਕਹਿੰਦੇ ਰਹੇ, ਪਰ ਅਸੀਂ ਆਪਣਾ ਸਿੱਧਕ ਨਹੀਂ ਛੱਡਿਆ। ਜਾਂਦੇ ਰਹੇ, ਇੱਥੋਂ ਜਥੇ ਖੜਦੇ ਰਹੇ, ਬੀਬੀਆਂ ਦੇ ਜਥੇ ਜਾਂਦੇ ਰਹੇ ਆ, ਮਰਦਾਂ ਦੇ ਜਾਂਦੇ ਰਹੇ ਆ। ਬਾਕੀ ਅਸੀਂ ਸਿਰ ਨਾਲ ਲੱਗੇ ਰਹੇ। ਸਾਡਾ ਘਰ ਦਾ ਭਾਵੇਂ ਕਿੰਨਾ ਵੀ ਅਸੀਂ ਕਿਹਾ ਨੁਕਸਾਨ ਹੋ ਜੇ, ਅਸੀਂ ਇਹ ਮੋਰਚਾ ਜਿੱਤ ਕੇ ਹੀ ਵਾਪਸ ਮੁੜਨਾ, ਨਹੀਂ ਤੇ ਨਹੀਂ ਮੁੜਨਾ। ਕਿਵੇਂ ਲੱਗਦਾ ਸਾਥੀ ਜੀ ਕਿ ਤੁਹਾਨੂੰ ਲੱਗਦਾ ਵੀ ਸਰਕਾਰ ਜੇ ਪਿੱਛੇ ਹਟੀ ਹੈ ਤਾਂ ਕਾਨੂੰਨ ਦੁਬਾਰਾ ਨਹੀਂ ਬਣਾਊਗੀ, ਜਾਂ ਕੋਈ ਹੋਰ ਤਰੀਕੇ ਨਾਲ ਕੰਨ ਘੁਮਾ ਕੇ ਫੜ ਲੈਂਦੇ ਆ ਕਹਿੰਦੇ ਕੰਨ? ਨਹੀਂ ਜੀ, ਇਹਨਾਂ ਕਾਨੂੰਨ ਬਣਾਉਣੋਂ ਤਾਂ ਭੈੜੇ ਨਹੀਂ ਪੈਣਾ ਵੀ। ਜੇ ਤੇ ਯੂਪੀ ਦੇ ਵਿੱਚੋਂ ਇਹ ਹਟ ਜਾਂਦੇ ਆ ਜੀ ਤੇ ਫਿਰ ਹੋ ਸਕਦਾ ਵੀ ਇਹਨਾਂ ਨੂੰ ਥੋੜੀ ਬਾਤੀ ਅਕਲ ਰਵੇ ਵੀ ਅਸੀਂ ਨਾ ਕਿਸਾਨਾਂ ਨੂੰ ਤੰਗ ਕਰੀਏ। ਤੇ ਜੇ ਜਿੱਤ ਗਏ ਤੇ ਫਿਰ ਇਹਨਾਂ ਨਹੀਂ ਪਿੱਛੇ ਹਟਣਾ। ਨਹੀਂ ਤਾਂ ਫਿਰ ਦੁਬਾਰਾ ਕੁਛ ਨਾ ਕੁਛ ਕਰਨਗੇ। ਹਾਂ, ਕਰਨਗੇ ਜੀ, ਕਰਨਗੇ। ਆਓ ਮੈਂ ਕਹਿੰਦਾ ਆਪਾਂ ਜੇ ਥੋੜਾ ਤੁਰਦੇ ਵੀ ਗੱਲ ਚੱਲ ਇਹਨਾਂ ਦਾ
ਸ਼ਹੀਦ ਸੁਖਦੇਵ ਹੋਰਾਂ ਦਾ ਕਿਵੇਂ ਸੀਗਾ ਜਦੋਂ ਇੱਥੋਂ ਤੁਸੀਂ ਇਹਨਾਂ ਨੂੰ ਕਿਵੇਂ ਜਾਗਰੂਕ ਕੀਤਾ? ਕਿਉਂਕਿ ਬਹੁਤੇ ਲੋਕ ਤਾਂ ਫਿਰ ਜਿਵੇਂ ਉਹਨਾਂ ਦੇ ਵਿੱਚ ਵੀ ਹੋਣਗੇ ਨਾ ਜਿਹੜੇ ਕਹਿੰਦੇ ਸੀ ਵੀ ਤੁਸੀਂ ਤਾਂ ਐਵੇਂ ਸ਼ਦਾਈਆਂ ਵਾਂਗੂ ਤੁਰੇ ਫਿਰਦੇ ਹੋ, ਕਿਹੜਾ ਕਾਨੂੰਨ ਵਾਪਸ ਹੋਣੇ? ਹਾਂਜੀ ਹਾਂਜੀ ਹੈਗੇ ਸੀ ਕਾਫੀ, ਪਰ ਅਸੀਂ ਆਸਤਾ ਹੀ ਇਹਨਾਂ ਨੂੰ ਕਿਹਾ ਵੀ ਨਹੀਂ, ਆਪਾਂ ਜੇ ਪਿੱਛੇ ਹਟ ਗਏ ਨਾ ਤੇ ਆਉਣ ਵਾਲੀਆਂ ਸਾਡੀਆਂ ਨਸਲਾਂ ਸਾਨੂੰ ਕੀ ਕਹਿਣਗੀਆਂ ਵੀ ਇਹ ਮਰ ਗਏ ਸੀ ਸਾਡੇ ਪਿਓ ਦਾਦੇ। ਇਹ ਗੱਲ ਬੜੀ ਮਹੱਤਵਪੂਰਨ ਹੈ। ਸਾਈਡ ਤੇ ਆਜੋ, ਮੋਟਰਸਾਈਕਲ ਵੀ ਨਿਕਲ ਜਾਂਦਾ। ਇਹ ਗੱਲ ਬੜੀ ਮਹੱਤਵਪੂਰਨ ਹੈ ਕਿ ਆਉਣ ਵਾਲੀਆਂ ਨਸਲਾਂ ਫਿਰ ਸਾਨੂੰ ਕੀ ਕਹਿਣਗੀਆਂ। ਹਾਂਜੀ ਹਾਂਜੀ। ਤੇ ਇਹ ਬਾਪੂ ਜੀ ਦਾ ਕੀ ਸਬੱਬ ਬਣਿਆ ਸੀ? ਇਹਨਾਂ ਦੀ ਸ਼ਹਾਦਤ ਉੱਥੇ ਕਿਵੇਂ ਹੁੰਦੀ ਆ ਤੇ ਕਿੰਨੀ ਕੁ ਵਾਰੀ ਗਏ ਸੀ ਇਹ ਉੱਥੇ? ਇਹ ਜੀ ਮੈਂ ਇਹਨੂੰ ਨਾਲ ਖੜਿਆ। ਅੱਛਾ, ਤੁਹਾਡੇ ਨਾਲ ਜਾਂਦੇ ਸੀ? ਮੇਰੇ ਨਾਲ ਗਿਆ ਵਾ, ਪਰ ਉੱਥੇ ਕਹਿੰਦਾ ਵੀ ਮੈਂ ਹੁਣ ਵਾਪਸ ਨਹੀਂ ਜਾਣਾ। ਅੱਛਾ, ਇਹ ਕਹਿੰਦੇ ਮੈਂ ਪੱਕਾ ਹੀ ਰਹਿਣਾ ਵਾ? ਪੱਕਾ ਹੀ ਰਹਿਣਾ। ਉੱਥੇ ਘਰ ਕੋਈ ਮੁਸੀਬਤ ਬਣੀ ਤੇ ਫਿਰ 1.5 ਮਹੀਨੇ ਬਾਅਦ ਇੱਥੇ ਵਾਪਸ ਆਇਆ ਤੇ ਫਿਰ ਚਲੇ ਗਿਆ ਉੱਥੇ। ਫਿਰ ਚਲੇ ਗਏ। ਹਾਂਜੀ। ਤੇ ਉਹ ਇਹਨਾਂ ਦੀ ਸ਼ਹਾਦਤ ਉੱਥੇ ਹੀ ਹੋਈ ਸੀ ਸਿੰਘੂ ਬਾਰਡਰ? ਉੱਥੇ ਹੋਈ ਹੈ। ਕੀ ਸਬੱਬ ਬਣਿਆ ਸੀ ਜੀ? ਕਿਵੇਂ ਇਹਨਾਂ ਦੀ ਮੌਤ ਹੋਈ? ਮੇਰੇ ਖਿਆਲ ਹਾਰਟ ਅਟੈਕ ਨਹੀਂ ਹੋਈ ਹੈ ਜੀ। ਹਾਂਜੀ। ਮਤਲਬ ਕਾਮਰੇਡ ਜੀ ਕਹਿਣ ਦਾ ਭਾਵ ਇਹ ਹੈ ਕਿ ਜੇ ਸਰਕਾਰ ਹੁਣੇ ਕਹਿੰਦੀ ਹੈ, ਮੰਨ ਲਓ ਵੀ ਅਸੀਂ ਕਾਨੂੰਨ ਤੁਹਾਡੇ ਵਾਪਸ ਕਰਤੇ, ਕਾਨੂੰਨ ਐਵੇਂ ਤਾਂ ਨਹੀਂ ਵਾਪਸ ਹੋਏ, 700 ਤੋਂ ਵੱਧ ਲੋਕਾਂ ਦੀਆਂ ਜਾਨਾਂ ਗਈਆਂ ਨੇ, ਤਾਂ ਕਿਤੇ ਵਾਪਸ ਹੋਏ? ਹਾਂਜੀ ਹਾਂਜੀ ਬਿਲਕੁਲ। ਤੇ ਹੁਣ ਪਿੰਡ ਦੇ ਵਿੱਚ ਕਿਵੇਂ ਆ? ਲੋਕ ਜਿੱਤ ਦੀ ਗੱਲ ਕਰਦੇ ਆ ਖੁਸ਼ੀ ਨਾਲ ਵੀ ਜਿੱਤ ਕੇ ਆਏ ਆ? ਹਾਂਜੀ, ਜਿੱਤ ਦੀ ਗੱਲ ਕਰਦੇ ਆਂਦੇ ਤੁਸੀਂ ਸਿਦਕ ਨਹੀਂ ਛੱਡਿਆ, ਤੁਹਾਡਾ ਹੌਸਲਾ ਅਸੀਂ ਮੰਨਦੇ ਆ ਵੀ ਤੁਹਾਡਾ ਹੌਸਲਾ ਬੁਲੰਦ ਆ। ਮੈਂ ਵੀ ਸਾਡਾ ਤਾਂ ਹੌਸਲਾ ਫਿਰ ਵੀ ਇਹੋ ਹੀ ਰਹੂਗਾ, ਜੇ ਕੱਲ ਨੂੰ ਫਿਰ ਕੋਈ ਸ਼ਰਾਰਤ ਕਰਦੇ ਆ ਤੇ ਅਸੀਂ ਫਿਰ ਡਟ ਕੇ ਜਾਵਾਂਗੇ। ਅਸੀਂ ਪਿੱਛੇ ਨਹੀਂ ਹਟਾਂਗੇ। ਅਸੀਂ ਪਿੱਛੇ ਨਹੀਂ ਹਟਣਾ। ਤੇ ਜਥੇਬੰਦੀ ਦਾ ਕਿੰਨਾ ਕੁ ਕੰਮ ਹੈ ਪਿੰਡ 'ਚ? ਆਜੋ ਆਪਾਂ ਥੋੜਾ ਤੁਰੇ ਦੇ। ਕਿੰਨੇ ਕੁ ਮੈਂਬਰ ਨੇ ਜਥੇਬੰਦੀ ਦੇ? ਤੇ ਲੋਕ ਜਦੋਂ ਕੋਈ ਛੋਟੀ ਮੋਟੀ ਗੱਲ ਹੁੰਦੀ ਹੈ, ਕੀ ਪਹਿਲਾਂ ਵਾਂਗੂ ਜਿਵੇਂ ਆਪਾਂ ਅੰਦੋਲਨ ਦੇ ਵਿੱਚ ਏਕਤਾ ਬਣਾਈ ਸੀ ਸਾਰਿਆਂ ਨੇ, ਲੋਕ ਪਿੰਡ ਦੇ ਵਿੱਚ ਇਕੱਠੇ ਹੁੰਦੇ ਆ, ਏਕਤਾ ਨਾਲ ਖੜਦੇ ਆ ਮਸਲਿਆਂ ਦੇ ਉੱਤੇ? ਖੜਦੇ ਆ। ਜਦੋਂ ਵੀ ਕੋਈ ਮੁਸੀਬਤ ਬਣਦੀ ਆ ਜੀ, ਉਸੇ ਵੇਲੇ ਸਾਡੇ ਲਈ ਆਉਂਦੇ ਆ ਵੀ ਆਹ ਮੁਸੀਬਤ ਬਣੀ ਆ ਤੇ ਸਾਡਾ ਸਾਥ ਦਿਓ। ਜਾਂ ਥਾਣੇ ਦੀ ਕੋਈ ਪ੍ਰੋਬਲਮ ਹੋ ਗਈ ਜੀ, ਜਾਂ ਕੋਈ BSF ਦਾ ਅਧਿਕਾਰੀ ਤੰਗ ਕਰਦਾ ਹੋਵੇ, ਫਿਰ ਅਸੀਂ ਇੱਥੇ ਵੀ ਆਉਨੇ ਆ। ਹਾਂ, ਮੈਂ ਉਸ ਮਸਲੇ ਤੇ ਆ ਰਿਹਾ ਸੀ, ਤੁਸੀਂ ਬੜੀ ਸੋਹਣੀ ਗੱਲ ਛੇੜ ਲਈ। ਤੇ ਫਿਰ ਅਸੀਂ ਇੱਥੇ ਧਰਨਾ ਵੀ ਲਾ ਦਿੰਨੇ ਜਦੋਂ ਸਾਡੇ ਅੱਖ ਨਹੀਂ ਲੱਗਦੇ, ਫਿਰ ਬਹਿ ਜਾਈਦਾ। ਤਾਰ ਦੇ ਉੱਤੇ ਵੀ ਤੇ ਚੌਂਕੀ ਦੇ ਵਿੱਚ ਅੱਗੇ ਗੇਟ ਦੇ ਅੱਗੇ ਵੀ। ਅੱਛਾ। ਹਾਂਜੀ। ਤੇ ਅੱਗੇ ਚੌਂਕੀ ਬਣੀ ਹੈ ਨਾਲ ਹੀ? ਆਹ ਵੇਖੋ ਚੌਂਕੀ ਇੱਥੇ ਬਣੀ ਆ ਸਾਹਮਣੇ ਘਰ ਦੇ ਪਿੱਛੇ। ਲਓ ਪਿਆਰੇ ਦਰਸ਼ਕੋ, ਕੀ ਸਬੱਬ ਦੱਸਾਂ ਤੁਹਾਨੂੰ ਕਿ ਜ਼ਿੰਦਗੀ ਕਿੰਨੀ ਔਖੀ ਹੁੰਦੀ ਹੈ। ਆ ਸਾਹਮਣੇ ਤਾਰ ਹੈ ਜੀ, ਪਾਰਲੇ ਪਾਰ ਸਾਡਾ ਦੂਜਾ ਪੰਜਾਬ ਹੈ, ਜਿਨ੍ਹਾਂ ਨੂੰ ਸਰਕਾਰਾਂ ਪਾਕਿਸਤਾਨ ਵੀ ਕਹਿ ਦਿੰਦੀਆਂ ਨੇ। ਸਾਡਾ ਉਹਨਾਂ ਨਾਲ ਕੀ ਵੈਰ ਹੈ ਤੇ ਉਹਨਾਂ ਦਾ ਸਾਡੇ ਨਾਲ ਕੀ ਵੈਰ ਹੈ? ਰਾਜਨੀਤੀ ਦੇ ਵੈਰ ਨੇ ਆਪਸ 'ਚ। ਸਾਥੀ ਜੀ, ਮੈਨੂੰ ਇਹ ਸਮਝਾਓ ਕਿ ਬਾਰਡਰ ਏਰੀਏ ਦੀ ਕਿਸਾਨੀ ਕਿੰਨੀ ਕੁ ਔਖੀ ਹੈ? ਇਹਨਾਂ ਦੀ ਜ਼ਿੰਦਗੀ ਕਿੰਨੀ ਕੁ ਔਖੀ ਹੈ? ਇਹਨਾਂ ਦਾ ਕੰਮ ਕਿੰਨਾ ਕੁ? ਇਹ ਜੀ ਬੜੀ ਜ਼ਿਆਦਾ ਔਖੀ ਆ। ਜਿਹੜੀ ਤਾਰ ਤੋਂ ਖਾਸ ਕਰਕੇ ਤਾਰ ਤੋਂ ਪਾਰ ਦੀ ਖੇਤੀ ਹੈ ਨਾ ਜੀ, ਉਹ ਤਾਂ ਤੁਸੀਂ ਮੰਨ ਲਓ ਵੀ ਨਾ ਹੋਇਆ ਵਰਗੀ। ਇੱਕ ਤੇ ਇੱਥੇ ਜੰਗਲੀ ਸੂਰ ਬਹੁਤ ਜ਼ਿਆਦਾ ਜੀ, ਉਹ ਬੜਾ ਨੁਕਸਾਨ ਕਰਦਾ। ਅੱਛਾ। ਇੱਕ ਗੇਟ ਦਾ ਟਾਈਮ 8 ਵਜੇ ਦਾ, ਇਹ 11 ਵਜੇ ਗੇਟ 12 ਵਜੇ ਖੋਲਦੇ ਕੀਰਾਂ। ਅੱਛਾ। ਤੇ ਆਉਣ ਦਾ ਸਮਾਂ ਹੈਗਾ 5 ਵਜੇ ਦਾ, ਇਹ 2 ਵਜੇ ਕਹਿੰਦੇ ਵੀ ਚਲੋ ਵਾਪਸ। ਤੇ ਉਹਨੇ ਟਾਈਮ ਤਾਂ ਕੰਮ ਹੀ ਨਹੀਂ ਕਰ ਸਕਦਾ? ਹੁੰਦਾ ਹੀ ਨਹੀਂ ਕਰ। ਤੇ ਇਹ ਫਿਰ ਇਦਾਂ ਕਿਉਂ ਕਰਦੇ ਆ ਜੀ? 8 ਦੇ ਟਾਈਮ ਨੂੰ 11-12 ਵਜੇ ਤੱਕ ਲੈ ਜਾਂਦੇ ਤੇ ਸ਼ਾਮਾਂ ਨੂੰ ਦੁਪਹਿਰੇ ਜਲਦੀ ਬੁਲਾ ਲੈਂਦੇ, ਇਹ ਕੀ ਗੱਲ? ਕਿਉਂ? ਮਨਮਰਜ਼ੀ ਕਰਦੇ ਆ। ਨਾਲੇ ਵੈਸੇ ਤਾਂ ਹੁਣ ਵੀ BSF ਦੇ ਅੰਦਰ ਪੰਜਾਬ ਦਾ 50 ਕਿਲੋਮੀਟਰ ਆ ਗਿਆ, ਮਤਲਬ ਅੰਮ੍ਰਿਤਸਰ ਤੱਕ ਇਹਨਾਂ ਦੇ ਅੰਦਰ ਦਿੱਤਾ ਜੀ। ਧੱਕਾ ਵੀ ਕਰਦੇ ਆ ਕਿਸਾਨਾਂ ਨਾਲ ਫੌਜੀ? ਨਹੀਂ, ਪਹਿਲਾਂ ਕਾਫੀ ਧੱਕਾ ਕਰਦੇ ਸੀ। ਜਦੋਂ ਦਾ ਕਿਸਾਨ ਉਧਰ ਚੱਲਿਆ ਨਾ, ਉਦੋਂ ਦੇ ਬਿਲਕੁਲ ਖਤਮ ਹੋ ਗਏ, ਬਸ ਹੋ ਗਿਆ। ਹੁਣ ਸਾਡੇ ਅੱਗੇ ਕੁੰਦੇ ਨਹੀਂ ਕਿ ਬਾਪੂ ਜੀ ਤੇ ਸਵਾਏ ਨਹੀਂ ਬੋਲਦੇ ਹੁਣ। ਚੰਗੀ ਗੱਲ ਹੈ ਕਿ ਇਹ ਤਾਂ ਇੱਕ ਫਰਕ ਪਾ ਲਿਆ ਆਪਾਂ। ਇਹ ਫਰਕ ਪੈ ਗਿਆ। ਦੇਖੋ, ਅੰਦੋਲਨ ਇਹ ਚੀਜ਼ਾਂ ਵੀ ਬਣਾਉਂਦੇ ਆ। ਜੇ ਅਸੀਂ ਉੱਥੇ ਹਾਕਮਾਂ ਨੂੰ ਡੱਕ ਕੇ ਆਏ ਆ, ਤਾਂ ਦੂਜੇ ਪਾਸੇ ਆ ਜਿਹੜੇ ਪੁਲਿਸ ਫੋਰਸ ਧੱਕੇ ਕਰਦੀ ਹੈ ਜਾਂ BSF ਧੱਕੇ ਕਰਦੀ ਹੈ, ਉਹਨਾਂ ਧੱਕਿਆਂ ਦਾ ਜਵਾਬ ਵੀ ਕਿਸਾਨ ਅੰਦੋਲਨ ਦੇ ਵਿੱਚੋਂ ਨਿਕਲ ਕੇ ਆਇਆ ਕਿ ਹੁਣ ਉਹ ਬਾਪੂ ਜੀ ਤੋਂ ਬਿਨਾਂ ਗੱਲ ਨਹੀਂ ਕਰਦੇ। ਨਹੀਂ ਤਾਂ ਸਾਨੂੰ ਪਤਾ ਕਿ ਕਿੰਨੀ ਔਖੀ ਹੈ ਖੇਤੀ। ਤੇ ਜਦੋਂ ਕੁਦਰਤੀਆਂ ਔਕੜਾਂ ਆਉਂਦੀਆਂ ਨੇ, ਬਾਰਿਸ਼ ਆ ਗਈ, ਫਲਾਣਾ ਢਿਮਕਾ ਆ ਗਿਆ, ਤੇ ਜੇ ਕਿਸੇ ਨੇ ਫਸਲਵਾੜੀ ਸਾਂਭਣੀ ਹੈ ਤੇ ਫਿਰ ਇਹ ਤਾਂ ਬਹੁਤ ਔਖਾ ਕੰਮ ਹੁੰਦਾ। ਬੜਾ ਔਖਾ ਜੀ, ਬੜਾ ਔਖਾ। ਚਲੋ ਆਓ ਆਪਾਂ ਸ਼ਹੀਦ ਸੁਖਦੇਵ ਹੋਰਾਂ ਦੇ ਘਰ ਵੱਲ ਨੂੰ ਵੱਧਦੇ ਹਾਂ ਜੀ। ਗੱਲਬਾਤ ਸਾਥੀ ਜੀ ਹੋਰਾਂ ਨਾਲ ਕਰਨ ਦੀ ਕੋਸ਼ਿਸ਼, ਮੁੱਢਲੀ ਜਾਣਕਾਰੀ, ਕਿਉਂਕਿ ਸਾਨੂੰ ਘਰ ਨਹੀਂ ਪਤਾ ਸੀਗਾ। ਪਹਿਲਾਂ ਪਿੰਡ ਦੇ ਵਿੱਚ ਤਾਂ ਪਤਾ ਕੀਤਾ, ਪਰ ਬਾਹਰ ਜਿਹੜੇ ਡੇਰੇ ਆ, ਡੇਰਿਆਂ ਤੱਕ ਜਿਹੜੀ ਪਹੁੰਚ ਹੈ, ਉਹ ਪਹੁੰਚ ਕਰਨੀ ਥੋੜ੍ਹੀ ਜਿਹੀ ਮੁਸ਼ਕਿਲ ਹੁੰਦੀ ਹੈ। ਸਾਥੀ ਜੀ ਸਾਨੂੰ ਕੁਦਰਤੀ ਉਹ ਮਿਲ ਗਏ ਤੇ ਉਹ ਸਬੱਬ ਬਣ ਗਿਆ ਕਿ ਇੱਕ ਗੱਲ ਇਹ ਹੈ ਕਿ ਇਹੀ ਇਹਨਾਂ ਨੂੰ ਪ੍ਰੇਰ ਕੇ ਲਿਜਾਂਦੇ ਰਹੇ ਆ। ਇਹ ਸਭ ਤੋਂ ਮਹੱਤਵਪੂਰਨ ਗੱਲ ਹੈ। ਤੇ ਜਿਨ੍ਹਾਂ ਨੇ ਪ੍ਰੇਰਨਾ ਦਿੱਤੀ ਹੋਵੇ ਉਹ ਜ਼ਿਆਦਾ ਵਧੀਆ ਦੱਸ ਸਕਦੇ ਹੁੰਦੇ। ਕਿੰਨੀ ਕੁ ਉਮਰ ਸੀ ਜੀ ਇਹਨਾਂ ਦੀ, ਬਜ਼ੁਰਗਾਂ ਦੀ? ਇਹਨਾਂ ਦੀ ਉਮਰ ਜੀ 60 ਦੇ ਲੱਗ ਬਣੇ ਹੈਗੀ। ਅੱਛਾ, ਫਿਰ ਤਾਂ ਠੀਕ ਹੀ ਉਮਰ ਸੀ, ਹੈ ਨਾ? ਉਮਰ ਤਾਂ ਬਿਲਕੁਲ ਠੀਕ ਸੀ, ਸਰੀਰ ਵੀ ਚੰਗਾ ਡਰਿਆ ਸੀਗਾ। ਹਾਂ, ਕੁਦਰਤੀ। ਇੱਕ ਤੁਹਾਡੇ ਪਿੰਡ ਦੇ ਮਾਤਾ ਜੀ ਵੀ ਜਿਹੜੇ ਰਜਿੰਦਰ ਕੌਰ ਜੀ, ਕਹਿੰਦੇ ਉਹ ਵੀ ਬੜੀ ਦਲੇਰ ਬੀਬੀ ਸੀ। ਉਹ ਤੇ ਇੰਨੀ ਦਲੇਰ ਸੀ, ਤੁਹਾਨੂੰ ਦੱਸਿਆ ਵੀ ਕਹਿਣ ਵਾਲੀ ਗੱਲ ਹੀ ਕੋਈ ਨਹੀਂ, ਜਿਹੜੀ ਜਿੰਨੀ ਉਹਦੇ 'ਚ ਹਿੰਮਤ ਹੈਗੀ ਉਹ ਮਾਈ ਦੇ ਵਿੱਚ। ਤੇ ਲਗਾਤਾਰ ਪਿੰਡ ਦੀ ਪੰਚਾਇਤ ਦੇ ਵਿੱਚ ਲਗਾਤਾਰ ਬਣਦੀ ਆਈ।
ਮੈਂਬਰ ਪੰਚਾਇਤ ਮੈਂਬਰ ਜੀ। ਤੇ ਪੁਲਿਸ ਜੇ ਧੱਕਾ ਕਰਦੀ ਸੀ ਆਣ ਕੇ ਤੇ ਉਹ ਅੱਗੇ ਹੋ ਕੇ ਖੜ ਜਾਂਦੀ ਸੀ। ਇੰਨੀ ਦਲੇਰ ਮਾਈ ਸੀ ਉਹ। ਮੈਨੂੰ ਖੜੋ, ਮੈਂ ਇਹਨੂੰ ਨਹੀਂ ਜਾਣਦਾ। ਪਰ ਕਿਸਾਨ ਅੰਦੋਲਨ ਨੇ ਉਹ ਮਾਈ ਵੀ ਸਾਤੋਂ ਖੋਲੀ ਉਹ ਮਾਈ ਵੀ ਖੋਲੀ। ਸਾਥੀ ਜੀ, ਜ਼ਿੰਮੇਵਾਰ ਤਾਂ ਫਿਰ ਸਰਕਾਰਾਂ ਨੇ, ਚਾਹੇ ਆਪਾਂ ਜਿੱਤ ਕੇ ਆ ਗਏ, ਇਹ 750 ਮੌਤਾਂ ਦਾ ਜ਼ਿੰਮੇਵਾਰ ਸਰਕਾਰ ਹੀ ਬਣਦੀ ਹੈ। ਬਿਲਕੁਲ ਜੀ, ਸਰਕਾਰ ਬਣਦੀ ਆ। ਹੁਣ ਤੁਹਾਡੇ ਕੋਲੇ ਖਬਰ ਪਹੁੰਚੀ ਹੋਣੀ ਹੈ ਕਿ ਆ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਜੀ, ਉਹਦੇ ਵਿੱਚੋਂ ਪੰਜਾਬ ਦੀ ਹਿੱਸੇਦਾਰੀ ਖਤਮ ਕਰਤੀ। ਪੰਜਾਬ ਦਾ ਉਹ ਮੈਂਬਰ ਹੁੰਦਾ ਸੀ, ਉਹ ਖਤਮ ਕਰਤਾ। ਹਾਂਜੀ ਹਾਂਜੀ। ਤੇ ਇਹਦੇ ਵਾਸਤੇ ਤੁਹਾਨੂੰ ਲੱਗਦਾ ਨਹੀਂ ਕਿ ਵੀ ਇਹ ਪੰਜਾਬ ਨੂੰ ਐ ਵਲੇਵਾ ਪਾਉਣ ਦੀ ਕੋਸ਼ਿਸ਼ ਹੈ ਕੇਂਦਰ ਸਰਕਾਰ ਦੀ, ਜਾਂ ਪੰਜਾਬ ਨੂੰ ਡੱਕਣ ਦੀ ਕੋਸ਼ਿਸ਼ ਹੈ? ਇਹ ਜੀ ਪੰਜਾਬ ਨੂੰ ਇਸੇ ਕਰਕੇ ਡੱਕਦੇ ਆ ਨਾ ਵੀ ਇਹ ਹਿੰਮਤ ਨਾਲ ਖੜਦੇ ਆ। ਤੇ ਸਾਡੇ ਅੱਗੇ ਪੰਜਾਬ ਹੀ ਕੁੰਦਾ, ਜੇ ਪੰਜਾਬ ਤੋਂ ਅੰਦੋਲਨ ਨਾ ਉੱਠਦਾ ਤੇ ਕਿਸੇ ਨੇ ਜਾਣਾ ਨਹੀਂ ਜਾਣਾ ਸੀ। ਬਿਲਕੁਲ ਸਹੀ। ਜੀ ਜੀ ਜੀ। ਤੇ ਇਸੇ ਕਰਕੇ ਇਹ ਪੰਜਾਬ ਤੇ ਘੜੀ ਮੁੜੀ ਕੋਈ ਨਾ ਕੋਈ ਧੱਕਾ ਸੁੱਟਦੇ ਆ ਵੀ ਪੰਜਾਬ ਨੂੰ ਬਰਬਾਦ ਕਰ ਦਈਏ। ਕੋਈ ਨਾ ਕੋਈ ਆਰੀ ਲਾਉਣ ਦੀ ਕੋਸ਼ਿਸ਼ ਕਰਦਾ। ਪਰ ਇਹ ਲੋਕ ਐਡੇ ਬਹਾਦਰ ਆ, ਇਹ ਆਪਣੀ ਹਿੰਮਤ ਨਹੀਂ ਹਾਰਦੇ ਮਰਦੇ ਦਮ ਤੱਕ। ਹਾਂ, ਸਾਡੇ ਕੋਲੇ ਬਾਬਿਆਂ ਦਾ, ਗੁਰੂ ਨਾਨਕ ਸਾਹਿਬ ਦਾ ਫਲਸਫਾ ਵੀ ਹੈ, ਗੁਰੂ ਗੋਬਿੰਦ ਪਾਤਸ਼ਾਹ ਦਾ ਵੀ ਹੈ, ਤੇ ਭਗਤ ਸਿੰਘ ਹੋਰਾਂ ਦਾ ਵੀ ਹੈ। ਹਾਂਜੀ ਹਾਂਜੀ। ਸਾਡੇ ਕੋਲ ਤਾਂ ਸਾਰੀਆਂ ਹੀ ਤਾਕਤਾਂ ਨੇ ਜੀ ਪੰਜਾਬ ਕੋਲ। ਆਓ ਸਾਥੀ ਜੀ ਦੇਖਦੇ ਆ ਉਹਨਾਂ ਦੇ ਪਰਿਵਾਰ ਦੇ ਉੱਤੇ ਝਾਤ ਮਰਾਓ ਜੀ। ਮੈਨੂੰ ਸ਼ਾਇਦ ਇਹ ਵੀ ਜਾਣਕਾਰੀ ਮਿਲੀ ਸੀ ਕਿ ਇਹਨਾਂ ਦੇ ਪੁੱਤਰ ਕੋਈ ਨਹੀਂ ਸੀ, ਸੁਖਦੇਵ ਸਿੰਘ ਜੀ ਦੇ ਧੀਆਂ ਹੀ ਨੇ ਕਹਿੰਦੇ ਸ਼ਾਇਦ। ਧੀਆਂ ਹੀ ਆ। ਉਹ ਜਿਹੜੀ ਇਹ ਸੁਖਦੇਵ ਸਿੰਘ ਦੀ ਕਰਦੀ ਹੈ ਕਿ ਨਹੀਂ ਜੀ, ਇਹਦਾ ਪਹਿਲਾਂ ਭਰਾ ਸੀ ਤੇ ਉਹਦੀ ਡੈਥ ਹੋ ਗਈ ਸੀ, ਤੇ ਇਹ ਦੁਬਾਰਾ ਮੁੜ ਕੇ ਇੱਧਰ ਇੱਥੇ ਇਸ ਪਰਿਵਾਰ ਦੇ ਵਿੱਚ ਹੀ ਰਹਿ ਗਈ। ਉਹਦਾ ਮੁੰਡਾ ਸੀ ਤੇ ਇਹ ਚੋਂ ਕੁੜੀਆਂ ਇਹਨਾਂ ਚੋਂ ਕੁੜੀਆਂ ਨੇ। ਹਾਂਜੀ। ਪਿਆਰੇ ਦਰਸ਼ਕੋ, ਇੱਕ ਵਕਫਾ ਵੀ ਲੈ ਲੈਂਦੇ ਹਾਂ ਤੁਹਾਡੇ ਤੋਂ। ਵਕਫੇ ਤੋਂ ਬਾਅਦ ਸਰਹੱਦ ਦੇ ਬਿਲਕੁਲ ਉੱਤੇ ਬੈਠੇ, ਬਿਲਕੁਲ ਬਾਰਡਰ ਲਾਈਨ ਦੇ ਉੱਤੇ ਬੈਠੇ ਸ਼ਹੀਦ ਸੁਖਦੇਵ ਹੋਰਾਂ ਦੇ ਪਰਿਵਾਰ ਦੀ ਝਾਤ ਤੁਹਾਡੇ ਨਾਲ ਪਵਾਵਾਂਗੇ। 60 ਸਾਲ ਦੀ ਉਮਰ ਕੋਈ ਬਹੁਤੀ ਉਮਰ ਨਹੀਂ ਹੁੰਦੀ, ਪਰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਤੇ ਇਸ ਇਤਿਹਾਸਕ ਕਿਸਾਨ ਅੰਦੋਲਨ ਨੇ 750 ਦੇ ਕਰੀਬ ਸਾਡੇ ਨੌਜਵਾਨ ਵੀ ਸੀਗੇ, ਕਿਸਾਨ ਬਜ਼ੁਰਗ ਵੀ ਸੀਗੇ, ਮਾਈਆਂ ਵੀ ਸੀਗੀਆਂ, ਸਾਤੋਂ ਖੋਹ ਲਏ ਨੇ। ਬ੍ਰੇਕ ਦੇ ਅਗਲੇਰੇ ਪਾਰ ਮਹਾਵਾ ਦੀ ਜੂਹ ਤੋਂ ਬਾਹਰ ਪੈਂਦੇ ਇਸ ਡੇਰੇ ਦੇ ਉੱਤੇ ਤੁਹਾਡੀ ਝਾਤ ਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਤੇ ਪਿੰਡ ਦੇ ਸਾਥੀਆਂ ਨਾਲ ਗੱਲਬਾਤ ਕਰਾਵਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸ਼ਹਾਦਤਾਂ ਸਫਰੇ ਕਿਸਾਨੀ ਸੰਘਰਸ਼ ਦੇ ਇਸ ਪ੍ਰੋਗਰਾਮ ਦੇ ਵਿੱਚ ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ। ਬੜੇ ਸਵਾਲ ਉੱਠੇ ਸਨ ਜਦੋਂ ਦਿੱਲੀ ਦੇ ਸਿੰਘੂ ਬਾਰਡਰ, ਟਿੱਕਰੀ ਬਾਰਡਰ ਔਰ ਗਾਜ਼ੀਪੁਰ ਬਾਰਡਰ ਦੇ ਉੱਤੇ ਪੰਜਾਬ ਦੇ ਮਿਹਨਤੀ ਕਿਸਾਨਾਂ ਦੇ ਪੁੱਤਰਾਂ ਨੇ, ਬੱਚਿਆਂ ਨੇ ਉੱਥੇ ਲੰਗਰ ਲਾਏ ਸੀ। ਕਿਤੇ ਬਦਾਮਾਂ ਦੇ ਲੰਗਰ, ਕਿਤੇ ਲੱਡੂਆਂ ਦੇ, ਦੇਸੀ ਘਿਓ ਦੇ, ਪੀਜ਼ਿਆਂ ਦੇ। ਉਦੋਂ ਗੋਦੀ ਮੀਡੀਆ ਨੇ ਕਿਹਾ ਇਹ ਤਾਂ ਪੀਜ਼ਿਆਂ ਦੇ ਲੰਗਰ ਲਾਈ ਬੈਠੇ ਆ। ਇਹ ਕੌਮ ਉਹ ਕੌਮ ਹੈ ਜਿਹੜੀ ਕੌਮ ਕਦੇ ਵੀ ਕਿਸੇ ਵੀ ਮੁਸ਼ਕਲ ਘੜੀ ਦੇ ਵਿੱਚ ਸਿਰ ਸੁੱਟ ਕੇ ਨਹੀਂ ਬੈਠਦੀ। ਇਹ ਕੌਮ ਇਕੱਠੀ ਹੁੰਦੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਦੇ 20 ਰੁਪਏ ਦੇ ਚਲਾਏ ਹੋਏ ਲੰਗਰ ਤੋਂ ਹਮੇਸ਼ਾ ਹੀ ਸੇਧ ਲੈ ਕੇ ਦੁਨੀਆ ਲਈ ਬੂਹੇ ਦਰਵਾਜ਼ੇ ਖੋਲ੍ਹ ਦਿੰਦੀ ਹੈ। ਉਦੋਂ ਗੋਦੀ ਮੀਡੀਆ ਨੇ ਇਹ ਵੀ ਗੱਲਾਂ ਉਠਾਈਆਂ ਜਦੋਂ ਉੱਥੇ ਮਹਿੰਗੇ ਟਰੈਕਟਰ ਪਹੁੰਚੇ, ਸੋਹਣੀਆਂ ਬਣਾਈਆਂ ਹੋਈਆਂ ਪੰਜਾਬ ਦੇ ਗੱਭਰੂਆਂ ਦੀਆਂ, ਪੰਜਾਬ ਦੇ ਜ਼ਿਮੀਂਦਾਰਾਂ ਦੀਆਂ ਸੋਹਣੀਆਂ ਜੀਪਾਂ ਪਹੁੰਚੀਆਂ। ਇਹ ਤਾਂ ਜੀ ਰਈਸ ਕਿਸਾਨ ਨੇ, ਬੜੇ ਅਮੀਰ ਕਿਸਾਨ ਨੇ ਪੰਜਾਬ ਦੇ, ਇਸ ਕਰਕੇ ਇਹ ਮਤਲਬ ਇੱਥੇ ਇੰਨਾ ਕੁਝ ਕਰੀ ਫਿਰਦੇ ਨੇ ਬਾਰਡਰਾਂ ਦੇ ਉੱਤੇ। ਇਹਨਾਂ ਨੇ ਤਾਂ ਆਪਣੇ ਘਰ ਵੀ ਪੱਕੇ ਪਾਲੇ, ਪੱਕੇ ਘਰ ਮਤਲਬ ਪੰਜਾਬ ਦੇ ਕਿਸਾਨਾਂ ਨੇ ਪਾਏ। ਜਦੋਂ ਪੱਕੇ ਘਰਾਂ ਦੀ ਬਾਰਡਰਾਂ ਦੇ ਉੱਤੇ ਪੈਣ ਦੀ ਗੱਲ ਆਈ ਤਾਂ ਫਿਰ ਮੈਂ ਜਦੋਂ ਸ਼ਹਾਦਤਾਂ ਦਾ ਜ਼ਿਕਰ ਕਰਦਾ ਤਾਂ ਮੈਂ ਤੁਹਾਨੂੰ ਪੰਜਾਬ ਦੇ ਸ਼ਹੀਦ ਹੋਏ ਕਿਸਾਨਾਂ ਦੇ ਘਰਾਂ ਦੇ ਅਸਲੀ ਹਾਲਾਤ ਵੀ ਦਿਖਾਵਾਂਗਾ। ਇਹ ਗੋਦੀ ਮੀਡੀਆ ਲਈ ਵੀ ਹੈ ਔਰ ਇਹ ਉਹਨਾਂ ਆਲੋਚਕਾਂ ਤੇ ਉਹਨਾਂ ਖਾਸ ਤੌਰ ਦੇ ਉੱਤੇ ਪੱਤਰਕਾਰਾਂ ਤੇ ਉਹਨਾਂ ਰਾਜਨੀਤਿਕ ਵਾਲੇ ਲੋਕਾਂ ਦੇ ਲਈ ਵੀ ਹੈ ਕਿ ਪੰਜਾਬ ਦਾ ਕਿਸਾਨ ਆਪਣਾ ਮੁੜਕਾ ਧਰਤੀ ਦੇ ਉੱਤੇ ਸਿੱਟਦਾ ਹੈ, ਆਪਣਾ ਲਹੂ ਧਰਤੀ ਦੇ ਉੱਤੇ ਸਿੱਟਦਾ ਹੈ, ਧਰਤੀ ਨੂੰ ਸਿੰਜਦਾ ਹੈ, ਉਸ ਦੇ ਵਿੱਚੋਂ ਅੰਨ ਪੈਦਾ ਕਰਦਾ, ਮਿਹਨਤ ਪੈਦਾ ਕਰਦਾ, ਪਰ ਉਸ ਦੇ ਘਰ ਦੇ ਹਾਲਾਤ ਕੀ ਨੇ? ਆ ਦੇਖ ਲਓ। ਸ਼ਹੀਦ ਸੁਖਦੇਵ ਹੋਰਾਂ ਦੇ ਘਰ ਪਿੰਡ ਮਹਾਵਾ ਦੇ ਵਿੱਚ ਆਏ ਹੋਏ ਆ। ਇੱਟਾਂ ਵਾਲੀ ਜਿਹੜੀ ਛੱਤ ਹੈ ਬਾਲਿਆਂ ਵਾਲੀ, ਉਹ ਸ਼ਹੀਦ ਸੁਖਦੇਵ ਹੋਰਾਂ ਦੀ ਆਖਰੀ ਤਸਵੀਰ। ਲੇਟ ਸਰਦਾਰ ਸੁਖਦੇਵ ਸਿੰਘ 19/5/2021 ਲਗਾਤਾਰ ਅੰਦੋਲਨ ਦੇ ਵਿੱਚ ਇਹਨਾਂ ਦੀ ਹਾਜ਼ਰੀ ਰਹੀ। ਇਹ ਬਾਪੂ ਦਾ ਜੁੱਸਾ ਬੜਾ ਤਕੜਾ ਸੀ, ਉਮਰ ਕੋਈ ਜ਼ਿਆਦਾ ਨਹੀਂ ਸੀ, ਬਹੁਤ ਤਕੜੇ ਕੰਮ ਕਰਨ ਵਾਲੇ ਸਨ। ਉਹ ਜਵਾਨੀ ਪਹਿਰੇ ਦੀ ਤਸਵੀਰ ਸ਼ਹੀਦ ਸੁਖਦੇਵ ਹੋਰਾਂ ਦੀ। ਦੇਖੋ ਕਿ ਵਕਤ ਜਦੋਂ ਬੰਦੇ ਨੂੰ ਵਕਤ ਪਾਉਂਦਾ ਤਾਂ ਫਿਰ ਬੰਦਾ ਕਿੱਥੋਂ ਤੇ ਕਿੱਥੇ ਆ ਜਾਂਦਾ। ਔਰ ਇੱਕ ਹੋਰ ਅਗਲੇਰੀ ਗੱਲ, ਇਸੇ ਘਰ ਦੇ ਜਦੋਂ ਤੁਸੀਂ ਅਰਸ਼ ਵੱਲ ਨਜ਼ਰ ਮਾਰ ਲਈ, ਯਾਨੀ ਕਿ ਛੱਤ ਵੱਲ ਨਜ਼ਰ ਮਾਰ ਲਈ, ਇਹ ਕੱਚੀਆਂ ਛੱਤਾਂ। ਤੇ ਆਓ ਫਿਰ ਤੁਹਾਨੂੰ ਇੱਕ ਨਜ਼ਾਰਾ ਇਸ ਘਰ ਦੇ ਫਰਸ਼ ਦਾ ਵੀ ਦਿਖਾ ਦਿੰਦਾ। ਦੇਖ ਲਓ ਕਿ ਇਹ ਲਿਪਿਆ ਹੋਇਆ
ਕੱਚਾ ਫਰਸ਼। ਇਹ ਉਹਨਾਂ ਸਰਕਾਰਾਂ ਜਾਂ ਇਹ ਉਹਨਾਂ ਪੱਤਰਕਾਰਾਂ ਦੇ ਮੂੰਹ ਦੇ ਉੱਤੇ ਮੈਂ ਸਾਫ਼ ਤੌਰ ਦੇ ਉੱਤੇ ਦਿਖਾਉਣਾ ਚਾਹੁੰਦਾ ਕਿ ਪੰਜਾਬ ਦਾ ਕਿਸਾਨ ਮਿਹਨਤੀ ਹੈ, ਲਗਾਤਾਰ ਮਿਹਨਤ ਕਰ ਰਿਹਾ ਹੈ, ਪਰ ਉਹਨਾਂ ਦੇ ਘਰਾਂ ਦੇ ਹਾਲਾਤ ਇਹ ਤੁਹਾਨੂੰ ਦੇਖਣੇ ਪੈਣਗੇ। ਹਰ ਗੱਲ ਦੇ ਉੱਤੇ ਆਪਣੀ ਟਿੱਪਣੀ ਕਰਨੀ ਮੈਨੂੰ ਲੱਗਦਾ ਕਿ ਚੰਗੀ ਨਹੀਂ ਹੁੰਦੀ। ਸੋ ਆਹ ਦੇਖ ਲਓ ਤੁਸੀਂ, ਇਹ ਉਹ ਰਸੋਈ ਹੈ ਜਿੱਥੋਂ ਕਹਿੰਦੇ ਕਦੇ ਵੀ ਜਦ ਤੱਕ ਸੁਖਦੇਵ ਜਿਉਂਦੇ ਸੀ ਪ੍ਰਸ਼ਾਦਾ ਪਾਣੀ ਛਕੇ ਬਿਨਾਂ ਉਹ ਜਾਣ ਨਹੀਂ ਦਿੰਦੇ ਸੀ। ਇਸ ਤਰੀਕੇ ਦਾ ਸੁਭਾਅ ਸ਼ਹੀਦ ਸੁਖਦੇਵ ਹੋਰਾਂ ਦਾ ਪਿੰਡ ਮਹਾਵਾ ਬਿਲਕੁਲ ਬਾਰਡਰ ਦੇ ਉੱਤੇ ਬੈਠਾ ਜੀ ਇਹ ਪਰਿਵਾਰ। ਇਹਨਾਂ ਦਾ ਜਿਹੜਾ ਘਰ ਹੈ ਇੱਥੋਂ ਕੁਝ 100 ਮੀਟਰ, ਕੁਝ 100 ਮਤਲਬ 200 ਮੀਟਰ ਤੋਂ ਦੂਰੀ ਤੋਂ ਪਾਰਲਾ ਪਾਸਾ ਜਿਹੜਾ ਹੈ ਉਹ ਪਾਕਿਸਤਾਨ ਦਾ ਪਾਸਾ ਹੈ। ਸਾਹਮਣੇ ਕੈਮਰੇ ਦੀ ਨਜ਼ਰ ਨਾਲ ਤੁਹਾਨੂੰ ਨਜ਼ਰ ਨਹੀਂ ਆਏਗੀ, ਨੰਗੀ ਅੱਖ ਨਾਲ ਸਾਨੂੰ ਫੈਂਸਿੰਗ ਨਜ਼ਰ ਆ ਰਹੀ ਹੈ, ਮੈਨੂੰ ਸਪਸ਼ਟ ਤੌਰ ਦੇ ਉੱਤੇ ਤਾਰ ਨਜ਼ਰ ਆ ਰਹੀ ਹੈ ਲੱਗੀ ਹੋਈ, ਤੁਹਾਨੂੰ ਸ਼ਾਇਦ ਨਾ ਨਜ਼ਰ ਆਵੇ, ਪਰ ਉਹ ਦੂਜੇ ਪਾਰਲੇ ਪਾਰ ਅਸੀਂ ਦੂਜੇ ਪੰਜਾਬ ਦੀ ਗੱਲ ਕਰਨੇ ਆ। ਪਾਕਿਸਤਾਨ ਜਿਸ ਨੂੰ ਸਰਕਾਰਾਂ ਕਹਿੰਦੀਆਂ ਨੇ ਜਾਂ ਰਾਜਨੀਤੀ ਕਹਿੰਦੀ ਹੈ ਤਾਂ ਮੁਲਕ, ਪਰ ਇਹ ਅਸਲ ਹਾਲਾਤ ਨੇ ਜੀ ਘਰਾਂ ਦੇ, ਜਿਨ੍ਹਾਂ ਨੂੰ ਇਹ ਕਿਹਾ ਗਿਆ ਸੀ ਵੀ ਇਹ ਤਾਂ ਬਹੁਤ ਅਮੀਰ ਕਿਸਾਨ ਨੇ, ਪੰਜਾਬ ਤੋਂ ਚੱਲ ਕੇ ਆ ਗਏ ਤੇ ਇੱਥੇ ਆ ਕੇ ਇਹਨਾਂ ਨੇ ਪੀਜ਼ਿਆਂ ਦੇ ਲੰਗਰ ਲਾਤੇ ਤੇ ਬਦਾਮਾਂ ਦੇ ਲੰਗਰ ਲਾਤੇ। ਉਹ ਸਾਡੀ ਕੌਮ ਨੂੰ ਗੁਰੂ ਨੇ ਬਲ ਬਖਸ਼ਿਆ ਹੋਇਆ, ਉਹ ਸਾਡੀ ਕੌਮ ਦੇ ਵਿੱਚ ਗੁਰੂ ਨੇ ਉਹ ਅਣਖ ਭਰੀ ਹੋਈ ਹੈ ਕਿ ਅਸੀਂ ਕਿਸੇ ਵੀ ਔਖੇ ਟਾਈਮ ਤੇ ਘਬਰਾਉਂਦੇ ਨਹੀਂ। ਲੰਗਰ ਤਾਂ ਸਾਡੀ ਇੱਕ ਪਰੰਪਰਾ ਹੈ। ਸਤਿ ਸ਼੍ਰੀ ਅਕਾਲ ਮਾਤਾ ਜੀ, ਕੀ ਨਾਮ ਮਾਤਾ ਜੀ ਤੁਹਾਡਾ? ਸਰਜੀਤ ਕੌਰ। ਸਰਜੀਤ ਕੌਰ ਜੀ। ਮਾਤਾ ਜੀ ਸੁਖਦੇਵ ਜੀ ਹੋਰੀ ਤੁਹਾਡੇ ਕੀ ਲੱਗਦੇ ਸੀ? ਘਰ ਵਾਲੇ ਘਰੋਂ ਸੀਗੇ? ਹਾਂਜੀ। ਕਿੱਦਾਂ ਦਾ ਸੁਭਾਅ ਸੀ ਬਾਪੂ ਹੋਰਾਂ ਦਾ? ਠੀਕ ਹੀ। ਤੇ ਮਾਤਾ ਕਿੱਥੇ ਉੱਥੇ ਅੰਦੋਲਨ ਦੇ ਵਿੱਚ ਹੀ ਪੂਰੇ ਹੋਏ ਸੀ ਇਹ? ਹਾਂਜੀ, ਦਿੱਲੀ ਗਏ ਸੀ, ਆ ਜਾਂਦੇ ਸੀ ਚਲੇ ਜਾਂਦੇ ਸੀ। ਕਿੰਨੀ ਕੁ ਵਾਰ ਗਏ ਸੀ ਮਾਤਾ? 3-4 ਵਾਰ ਗਏ ਸੀ। ਅੱਛਾ। ਮੁੜ ਕੇ ਕੁੜੀ ਦਾ ਠਾਕਾ ਜੀ ਤੇ 2 ਦਿਨ ਆਏ ਤੇ ਫਿਰ ਚਲੇ ਗਏ। ਤੇ ਉੱਥੇ ਪੂਰੇ ਹੋਏ। ਇਹਦਾ ਜ਼ਿੰਮੇਵਾਰ ਕਿਹਨੂੰ ਮੰਨਦੇ ਮਾਤਾ? ਜੇ ਇਹ ਅੰਦੋਲਨ ਨਾ ਹੀ ਸ਼ੁਰੂ ਹੁੰਦਾ, ਜੇ ਸਰਕਾਰ ਕਾਨੂੰਨ ਹੀ ਨਾ ਬਣਾਉਂਦੀ ਤੇ ਨਾ ਦਿੱਲੀ ਜਾਣਾ ਪੈਂਦਾ ਤੇ ਆਪਣੇ ਘਰੇ ਬੈਠਦੇ, ਫਿਰ ਤਾਂ ਸਭ ਤੋਂ ਵਧੀਆ ਨਾਲੇ ਅੱਖਾਂ ਸਾਹਮਣੇ ਸਭ ਕੁਝ ਹੁੰਦਾ। ਅੱਖਾਂ ਸਾਹਮਣੇ ਹੋਰ ਗੱਲ ਹੁੰਦੀ ਜੀ। ਹਾਂਜੀ ਹਾਂ, ਜਿਉਂ ਆਪਾਂ ਸਾਂਭ ਲੈਂਦੇ ਆ ਮੌਕੇ ਤੇ, ਸਾਂਭ ਲੈਂਦੇ ਕਿਤੇ ਖੜਦੇ ਕਿਤੇ ਅੱਖਾਂ ਸਾਹਮਣੇ ਹੁੰਦਾ ਜੀ। ਬੜੇ ਓੜ-ਪੋੜ ਹੋ ਜਾਂਦੇ ਉਦੋਂ। ਵੇਖੋ ਉਦੋਂ ਢਿੱਲ ਮੱਠ ਰਹਿੰਦੀ ਸੀ ਪਹਿਲਾਂ ਕਿ ਨਹੀਂ? ਸਰੀਰ ਤਕੜਾ ਸੀ, ਠੀਕ ਸੀ? ਨਹੀਂ, ਠੀਕ ਸੀ ਭਾਜੀ। ਇੱਥੋਂ ਚੰਗੇ ਭਲੇ ਗਏ, ਉੱਥੋਂ ਵੀ ਚੰਗੇ ਭਲੇ ਆਏ 1-2 ਵਾਰ, ਮੁੜ ਕੇ ਉੱਥੇ ਅਟੈਕ ਹੋਇਆ ਬਾਅਦ 'ਚ। ਬਾਈ ਕੀ ਨਾਂ ਜੀ ਤੁਹਾਡਾ? ਹਰਪ੍ਰੀਤ ਸਿੰਘ ਜੀ। ਹਰਪ੍ਰੀਤ, ਤੁਹਾਡੇ ਕੀ ਲੱਗਦੇ ਸੀ ਸੁਖਦੇਵ? ਸਾਡੇ ਬਾਪੂ ਜੀ। ਬਾਪੂ ਜੀ। ਹਾਂਜੀ। ਬਾਈ ਕਿੱਦਾਂ ਦੇ ਬੰਦੇ ਸੀ? ਸੁਭਾਅ ਕਿੱਦਾਂ ਦਾ ਸੀ? ਸੁਭਾਅ ਬਹੁਤ ਵਧੀਆ ਜੀ। ਯਾਰ ਪਤਾ ਕੀ ਹੈ ਕਿ ਨਿਆਣਿਆਂ ਨਾਲ ਤਾਂ ਵੱਧ ਬਣਦੀ ਹੁੰਦੀ ਬਜ਼ੁਰਗਾਂ ਨਹੀਂ, ਬਹੁਤ ਹੀ ਵਧੀਆ ਜੀ, ਬਹੁਤ ਪਿਆਰ ਕਰਦੇ ਜੀ। ਹਾਂਜੀ ਹਾਂਜੀ। ਕੋਈ ਸੁਣਾ ਯਾਦ ਉਹਨਾਂ ਦੀ ਕੋਈ ਗੱਲਬਾਤ? ਬਹੁਤ ਚੰਗੇ ਜੀ, ਕੋਈ ਕੰਮ ਗਲਤ ਕਰਨ ਟੱਕਰਾਂ ਨੂੰ ਚੰਗੇ ਬੰਦੇ ਜਾਓ, ਚੰਗਾ ਕੰਮ ਕਰੋ। ਘੂਰ ਵੀ ਦਿੰਦੇ ਸੀ? ਬਹੁਤ ਘੂਰਦੇ ਜੀ। ਦੁੱਖ ਗੁੱਸੇ ਹੁੰਦੇ ਜੀ। ਕੰਮ ਮਾੜਾ ਨਾ ਕਰੋ, ਚੰਗੇ ਬੰਦੇ ਨਾਲ ਬਹੁਤ ਚੰਗੀ ਸਲਾਹ ਕਰੋ। ਤੁਸੀਂ ਵੀ ਬਾਰਡਰ ਤੇ ਲਾਇਆ ਕਿਹੜਾ ਕਿ ਨਹੀਂ? ਨਹੀਂ, ਮੈਂ ਨਹੀਂ ਜੀ ਗਿਆ ਜੀ। ਬਾਪੂ ਹੀ ਜਾਂਦੇ 2-3 ਵਾਰ ਗਏ ਬਾਪੂ ਜੀ। ਤੇ ਬਾਪੂ ਹੋਰਾਂ ਨੂੰ ਕਾਨੂੰਨ ਮਾੜਿਆਂ ਦੀ ਜਾਣਕਾਰੀ ਕਿਵੇਂ ਮਿਲੀ ਵੀ ਇਹ ਮਾੜੇ ਨੇ ਸਾਡੇ ਵਾਸਤੇ, ਵੀ ਇਹਨੂੰ ਰੱਦ ਕਰਾਉਣਾ ਜ਼ਰੂਰੀ ਹੈ, ਕਾਨੂੰਨਾਂ ਦਾ ਵਾਪਸ ਹੋਣਾ ਜ਼ਰੂਰੀ ਹੈ? ਇਦਾਂ ਹੀ ਧਰਨੇ ਜਾਂਦੇ ਹੁੰਦੇ ਜੀ। ਉੱਤੇ ਜਾਣਾ, ਗੱਲਾਂ ਕਰਨੀਆਂ, ਭਾਸ਼ਣ ਕਰਨਾ, ਗੱਲਬਾਤ ਕਰਨੀ ਉਹਨਾਂ ਨਾਲ। ਇਹ ਵੀ ਕਰਦੇ ਸੀ ਆਪ ਮਾਈਕ ਦੇ ਉੱਤੇ ਬੋਲਦੇ? ਜਾਂਦੇ ਹੁੰਦੇ ਸੀ, ਗੱਲ ਕਰਦੇ ਹੁੰਦੇ ਸੀ। ਹਾਂਜੀ। ਤੇਰੀ ਨਜ਼ਰ 'ਚ ਜ਼ਿੰਮੇਵਾਰ ਕੌਣ ਹੈ? ਇਹ ਜਿਹੜੀਆਂ ਮੌਤਾਂ ਹੋਈਆਂ ਨੇ, 700 ਤੋਂ ਵੱਧ ਨੌਜਵਾਨ ਵੀ, ਬਜ਼ੁਰਗ ਬੀਬੀਆਂ ਵੀ, ਬਾਬੇ ਵੀ ਸ਼ਹੀਦ ਹੋ ਗਏ, ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਇਹਨਾਂ ਦੀ ਮੌਤਾਂ ਨੂੰ? ਇਹ ਸਰਕਾਰਾਂ ਜੀ। ਕਿਵੇਂ? ਜਿੰਨੀ ਕੁ ਤੈਨੂੰ ਸਮਝ ਹੈ। ਕੋਈ ਸਹੂਲਤ ਨਹੀਂ ਮਿਲਦੀ ਕਿਸੇ ਨੂੰ, ਕੋਈ ਨਾ ਕੰਮ ਤਨਖਾਹਾਂ ਮਿਲਣ, ਚੰਗੇ ਕੰਮ ਮਿਲਣ, ਲੋਕੀ ਨਾ ਜਾਣ ਧਰਨਿਆਂ ਤੇ। ਜੀ ਬਿਲਕੁਲ। ਹਾਂ ਠੀਕ ਹੈ ਜੀ। ਜੇ ਆਪਣੇ ਰੁਜ਼ਗਾਰ ਚੱਲੇ ਆਪਣਾ, ਕਿਉਂ ਜਾਣ ਧਰਨੇ ਦਾ ਆਪਾਂ? ਜੇ ਸਾਰਿਆਂ ਕੋਲੇ ਸਭ ਕੁਝ ਕੰਮ, ਕਿਉਂ ਜਾਣ ਲੁੱਟ ਕੇ ਨੂੰ ਜਾਂਦੇ ਉੱਥੇ? ਕਿਉਂ ਸ਼ਹੀਦ ਹੋਣ ਜਾ ਕੇ ਉੱਥੇ? ਤੁਹਾਡੀ ਕਿੰਨੀ ਕੁ ਪੈਲੀ ਹੈ? ਸਾਡੀ 7 ਏਕੜ। 7 ਏਕੜ। ਹਾਂਜੀ ਹਾਂਜੀ। ਪਰ ਬਾਰਡਰ ਵਾਲੀ ਪੈਲੀਆਂ ਤਾਂ ਵੈਸੇ ਹੀ ਮੁੱਲ ਬਹੁਤ ਘੱਟ ਹੈ, ਮਤਲਬ ਬਹੁਤ ਘੱਟ ਆ ਜੀ, ਫਾਇਦਾ ਕੋਈ ਨਹੀਂ ਤੇ। ਰੁਜ਼ਗਾਰ ਨਹੀਂ ਕੋਈ ਇੱਥੇ, ਕੋਈ ਰੁਜ਼ਗਾਰ ਨਹੀਂ, ਕੋਈ ਫੈਕਟਰੀ ਨਹੀਂ। ਫੈਕਟਰੀ ਕੁਛ ਨਹੀਂ ਹੈ, ਵਿਹਲੇ ਬੈਠੇ, ਕੰਮ ਹੈ ਕੋਈ ਨਹੀਂ। ਪੜ੍ਹਾਈ ਕਰਦੇ ਆ, ਫਾਇਦਾ ਪੜ੍ਹਾਈ ਕਰਨ ਦਾ ਕੀ ਹੈ, ਕੰਮ ਨਹੀਂ ਵੇਲਾਂ ਦੇ। ਆਹ ਬੜੀ ਮਹੱਤਵਪੂਰਨ ਗੱਲ ਹੈ, ਪੜ੍ਹਾਈਆਂ। ਮੈਂ ਜਦੋਂ ਮਹਾਵਾ ਪਿੰਡ ਦੇ ਵਿੱਚ ਆਇਆ ਵੀ ਸੀ ਨਾ, ਉਦੋਂ ਵੀ ਦੱਸਿਆ, ਇੱਕ ਮੁੰਡੇ ਨੇ ਦੁਕਾਨ ਪਾਈ ਹੋਈ ਹੈ, ਪੋਸਟ ਗ੍ਰੈਜੂਏਟ ਹੈ ਮੁੰਡਾ, MA ਕੀਤੀ ਹੋਈ ਹੈ, ਨੌਕਰੀਆਂ ਇੱਥੇ ਮਿਲਦੀਆਂ ਨਹੀਂ, ਸਰਕਾਰਾਂ ਕਹਿੰਦੀਆਂ ਇੱਥੇ ਫੈਕਟਰੀਆਂ ਲਾਵਾਂਗੇ ਤਾਂ ਬੰਬ ਆ ਡਿੱਗਣ। ਉਹ ਭਰਾਵਾ ਇਹਨਾਂ ਦੇ ਵੀ ਘਰ ਨੇ, ਇਹਨਾਂ ਦੇ ਉੱਤੇ ਤਾਂ ਕਿਹੜੇ ਬੰਬ ਆ ਕੇ ਡਿੱਗਦੇ ਆ? ਉਹ ਸਰਕਾਰਾਂ ਲਈ ਹੀ ਹੁੰਦੇ ਨੇ, ਉਹ ਜਿਹੜੇ ਖਤਰੇ ਪੈਦਾ ਕਰਨੇ ਹੁੰਦੇ ਨੇ, ਉਹ ਸਰਕਾਰਾਂ ਦੇ ਮਸਲੇ ਹੁੰਦੇ ਨੇ।
ਲੋਕਾਂ ਲਈ ਰੋਜ਼ਗਾਰ ਜਨਰੇਟ ਕੀਤਾ ਜਾਵੇ, ਇੱਥੇ ਵੀ ਫੈਕਟਰੀਆਂ ਲੱਗਣ। ਹਰਪ੍ਰੀਤ, ਹੋਰ ਕੀ ਸਮਝਦੇ ਹੋ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਬਾਰੇ? ਤੈਨੂੰ ਕਿੰਨੀ ਕੁ ਸਮਝ ਹੈ? ਨੀਤੀਆਂ ਮਾੜੀਆਂ ਹੋ ਜੀ, ਜੇ ਰੁਜ਼ਗਾਰ ਕੰਮ ਮਿਲਣ, ਕੋਈ ਲੋਕੀ ਬਾਹਰ ਨਾ ਜਾਣ। ਜੀ ਭਾਜੀ, ਇੱਥੇ ਹਾਂ, ਰੁਜ਼ਗਾਰ ਵਿਦੇਸ਼ ਵੀ ਮਿਲਣ, ਜਾਂਦੇ ਇੱਥੇ ਫੈਕਟਰੀਆਂ ਖੋਲ੍ਹਣ, ਕੰਮ ਚੰਗੇ ਮਿਲਣ, ਤਨਖਾਹਾਂ ਚੰਗੇ ਮਿਲਣ, ਲੋਕ ਬਾਹਰ ਕਿਉਂ ਜਾਣ? ਪੰਜਾਬ ਦਾ ਨੌਜਵਾਨ ਪੰਜਾਬ 'ਚ ਰਵੇ। 50 ਰੁਪਏ ਆਪਣਾ ਕੰਮ ਕਰੇ, ਹੂੰ, ਕਿਉਂ ਬਾਹਰ ਜਾਣ? ਇਹ ਵੀ ਬੜੇ ਗੰਭੀਰ ਮਸਲੇ ਆ, ਬੜੇ ਅਹਿਮ ਮਸਲੇ ਆ। ਇਹਨਾਂ ਸਾਰੇ ਮਸਲਿਆਂ 'ਤੇ ਗੱਲਬਾਤ ਕਰਦੇ ਰਹਾਂਗੇ। ਵੇਲਾ ਇੱਕ ਛੋਟੇ ਵਕਫੇ ਦਾ ਹੋਇਆ। ਮੈਂ ਇੱਕ ਹੋਰ ਸਾਫ਼ ਜੀ ਗੱਲ ਤੁਹਾਨੂੰ ਦੱਸਦਾ ਕਿ ਕਈ ਵਾਰੀ ਨਾ ਆਪਣੇ ਦੁੱਖ ਨੂੰ ਜ਼ਾਹਰ ਕਰਨ ਲਈ ਵੀ ਤੁਹਾਡੇ ਕੋਲ ਸ਼ਬਦ ਨਹੀਂ ਹੁੰਦੇ। ਬੰਦੇ ਦਾ ਚਲਿਆ ਜਾਣਾ ਸਭ ਤੋਂ ਵੱਡਾ ਘਾਟਾ ਹੁੰਦਾ। ਪੈਸਾ ਚਲਾ ਜਾਊਗਾ, ਦੁਬਾਰਾ ਕਮਾ ਲਵਾਂਗੇ ਆਪਾਂ, ਕੋਈ ਗੱਲ ਨਹੀਂ, ਠੀਕ ਹੈ। ਘਰ ਵੀ ਦੁਬਾਰਾ ਬਣ ਜਾਂਦੇ ਹੁੰਦੇ ਆ, ਕਾਰਾਂ ਵੀ ਦੁਬਾਰਾ ਬਣ ਜਾਂਦੀਆਂ, ਕੋਠੀਆਂ ਵੀ ਦੁਬਾਰਾ ਬਣ ਜਾਂਦੀਆਂ। ਇੱਕ ਨਹੀਂ ਬਣਦਾ ਜਾਂ ਇੱਕ ਨਹੀਂ ਮੁੜ ਕੇ ਆਉਂਦਾ। ਇਨਸਾਨ ਹੈ, ਮਨੁੱਖ ਹੈ। ਸਰਕਾਰਾਂ ਨੂੰ ਇਸ ਗੱਲ ਦੀ ਸ਼ਰਮ ਵੀ ਕਰਨੀ ਚਾਹੀਦੀ ਹੈ ਤੇ ਇਸ ਗੱਲ 'ਤੇ ਧਿਆਨ ਵੀ ਦੇਣਾ ਚਾਹੀਦਾ ਕਿ ਪੰਜਾਬ ਦੇ 734 ਦੇ ਕਰੀਬ ਜਿਹੜੇ ਕਿਸਾਨ, ਨੌਜਵਾਨ, ਬਜ਼ੁਰਗ, ਬੀਬੀਆਂ, ਬਾਬੇ ਸ਼ਹੀਦ ਹੋਏ ਨੇ, ਤਾਂ ਇਹ ਅੰਦੋਲਨ ਜਿਹੜਾ ਹੈ ਸਫਲ ਹੋਇਆ। ਮਿਲਦੇ ਹਾਂ ਬ੍ਰੇਕ ਦੇ ਅਗਲੇ ਬਾਅਦ। ਬ੍ਰੇਕ ਦੇ ਇਸ ਪਾਰ ਤੁਹਾਡਾ ਸਵਾਗਤ ਹੈ। ਸਫ਼ਰ ਚੱਲ ਰਿਹਾ ਹੈ, ਸਫ਼ਰੇ ਕਿਸਾਨੀ ਸੰਘਰਸ਼ ਸ਼ਹਾਦਤਾਂ। ਪਹਿਲਾਂ ਵੀ ਦੱਸ ਚੁੱਕੇ ਹਾਂ, ਮਹਾਵਾ ਪਿੰਡ ਦੇ ਵਿੱਚ ਪਹੁੰਚੇ ਹਾਂ। ਮਹਾਵਾ ਦੀ ਜੂਹ ਜਿਹੜੀ ਨਾਲ ਉਧਰ ਪਰਲੇ ਪਾਸੇ ਬਾਬੇ ਨਾਨਕ ਦੀ ਧਰਤੀ ਪਾਕਿਸਤਾਨ ਨਾਲ ਲੱਗਦੀ ਹੈ। ਵੈਸੇ ਤਾਂ ਸਾਰੀ ਧਰਤੀ ਹੀ ਗੁਰੂ ਨਾਨਕ ਪਾਤਸ਼ਾਹ ਦੀ ਹੈ, ਪਰ ਉੱਥੇ ਉਹਨਾਂ ਨੇ ਕਿਰਤ ਦੇ ਸੁਨੇਹੇ ਦਿੱਤੇ, ਹੱਥੀਂ ਕਿਰਤ ਦੇ। ਉੱਥੇ ਹੀ ਪੰਜਾ ਸਾਹਿਬ ਵੀ ਉੱਥੇ ਹੀ ਹੈ, ਨਨਕਾਣਾ ਵੀ ਉੱਥੇ ਹੀ ਹੈ ਤੇ ਕਰਤਾਰਪੁਰ ਸਾਹਿਬ ਵੀ ਉੱਥੇ ਹੀ ਹੈ। ਇੱਥੋਂ ਬਿਲਕੁਲ ਨਾਲ ਲੱਗਦੇ। ਗੱਲਬਾਤ ਕਰ ਰਹੇ ਸੀ ਸ਼ਹੀਦ ਸੁਖਦੇਵ ਹੋਰਾਂ ਦੀ, ਜਿਹੜੇ ਦਿੱਲੀ ਕਿੰਨੀ ਵਾਰੀ ਗਏ ਸਿੰਘੂ ਮੋਰਚੇ ਦੇ ਉੱਤੇ। ਮੋਰਚਾ ਬੇਸ਼ੱਕ ਫਤਿਹ ਹੋਇਆ, ਮਜਬੂਰੀ 'ਚ ਹੋਇਆ, ਚਾਹੇ ਫਤਿਹ ਸਰਕਾਰ ਨੂੰ ਮਜਬੂਰੀ 'ਚ ਕਰਨਾ ਪਿਆ, ਪਰ ਉਹ ਐਵੇਂ ਨਹੀਂ ਹੋ ਗਿਆ। 700 ਤੋਂ ਵੱਧ ਕਿਸਾਨਾਂ ਨੇ ਆਪਣੀ ਸਭ ਤੋਂ ਵੱਡਾ ਬਲੀਦਾਨ, ਆਪਣੀ ਜਾਨ ਦਾ ਬਲੀਦਾਨ ਦੇ ਕੇ ਇਸ ਮੋਰਚੇ ਨੂੰ ਫਤਿਹ ਬਣਾਇਆ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਬੇਟਾ। ਕੀ ਨਾਂ ਹੈ ਜੀ ਤੁਹਾਡਾ? ਜਸਵਿੰਦਰ ਕੌਰ। ਤੁਹਾਡਾ ਕੀ ਰਿਸ਼ਤਾ ਸੀ ਭਾਜੀ ਨਾਲ, ਸੁਖਦੇਵ ਜੀ? ਹਾਂਜੀ, ਮੇਰੇ ਜੇਠ ਲੱਗਦੇ, ਵੱਡੇ ਹੀ। ਹਾਂਜੀ। ਕਿੱਦਾਂ ਦੇ ਸੁਭਾਅ ਸੀ ਜੀ? ਸੁਭਾਅ ਬਹੁਤ ਵਧੀਆ, ਸੁਭਾਅ ਬਹੁਤ ਚੰਗਾ ਸੀ। ਜਾਨੀ ਉਹਨਾਂ ਨੇ ਮਤਲਬ ਸਿਆਣੇ ਹੀ, ਝਿੜਕ ਵੀ ਦੇ ਲੈਂਦੇ ਸੀ, ਪਿਆਰ ਨਾਲ ਵੀ ਸਮਝਾ ਲੈਂਦੇ ਸੀ। ਸੁਭਾਅ ਬਹੁਤ ਵਧੀਆ ਰਿਹਾ। ਬੱਚਿਆਂ ਵਾਂਗੂ ਪਿਆਰ ਵੀ ਕਰ ਲੈਣਾ, ਬੱਚਿਆਂ ਵਾਂਗੂ ਗੱਲਾਂ ਵੀ ਕਰ ਲੈਣੀਆਂ, ਸਿਆਣਿਆਂ ਵਾਂਗੂ ਵੀ ਗੱਲ ਕਰ ਲੈਣੀ ਆ। ਜੇ ਕਿਤੇ ਅਬਲ ਤੇ ਗਲਤੀ ਨਾ ਹੋਣੀ, ਜੇ ਕਿਤੇ ਗਲਤੀ ਹੋਣੀ, ਜਾਨੀ ਬਾਣੀ ਤੇ ਬਹੁਤ ਜ਼ਿਆਦਾ ਸੀ। ਬਾਣੀ ਨਾਲ ਬਹੁਤ ਲਗਾ ਸੀ। ਕਿਹੜੇ ਗੱਲਾਂ ਕਰਦੇ ਹੋਣਾ, ਬਾਣੀ ਦੀ ਕਿਹੜੇ ਤੁੱਕ ਹੋਣੀ, ਕਿਹੜੇ ਹੋ ਜਾਣੀ ਨਾ, ਉਹਨਾਂ ਨੇ ਹਾਂਜੀ ਹੋ ਜਾਣੀ, ਉਸੇ ਵੇਲੇ ਉਹਨਾਂ ਨੇ ਸਮਝਾ ਲੈਣਾ। ਅੱਗੇ ਤੁਹਾਨੂੰ ਪਤਾ ਬਾਣੀ ਦੇ ਜਿਹੜੇ ਹੁੰਦੇ ਲਫ਼ਜ਼, ਸ਼ਬਦ, ਉਹ ਇੱਕ ਦਾ ਇਹ ਸਮੁੰਦਰ ਵਾਂਗੂ ਆ। ਬਿਲਕੁਲ। ਹਾਂਜੀ, ਉਹਨਾਂ ਇੱਕ ਦੇ ਵਿੱਚੋਂ ਵੀ ਉਹਨਾਂ ਨੇ ਅਰਥ ਕੱਢ ਕੇ ਦੱਸ ਦੇਣੇ। ਇਹਦਾ ਮਤਲਬ ਸੰਥਿਆ ਲਈ ਹੋਈ ਸੀ ਉਹਨਾਂ ਨੇ ਵੀ। ਸੰਥਿਆ ਤੇ ਪਤਾ ਨਹੀਂ, ਇਹ ਸਾਨੂੰ ਸਮਝ ਨਹੀਂ ਆਉਂਦੀ ਵਾਹਿਗੁਰੂ ਵੱਲੋਂ ਗਿਆਨ ਉਹਨਾਂ ਨੂੰ ਕਿਸ ਤਰ੍ਹਾਂ ਆ। ਪੜ੍ਹੇ ਬਿਲਕੁਲ ਨਹੀਂ। ਅੱਛਾ। ਨਾ ਜੀ, ਉਦਾਂ ਦਾ ਅੱਖਰ ਗਿਆਨ ਨਹੀਂ ਸੀ, ਸਕੂਲੀ ਅੱਖਰ ਗਿਆਨ ਕੋਈ ਨਹੀਂ ਪੜ੍ਹੇ ਬਿਲਕੁਲ ਨਹੀਂ। ਅਸੀਂ ਸਗੋਂ ਫੇਰ ਵੀ ਚਲੋ ਥੋੜੇ ਬਹੁਤੇ ਪੜ੍ਹੇ ਆ ਜੀ, ਪਰ ਉਹ ਸੱਚੀ ਪੁੱਛੋ ਨਾ, ਉਹਨਾਂ ਦੇ ਅੱਗੇ ਗ੍ਰੈਜੂਏਸ਼ਨ ਵਾਲੇ, ਮਾਸਟਰ ਡਿਗਰੀਆਂ ਵਾਲੇ ਵੀ ਜਿਹੜੇ ਵੀ ਫੇਲ ਸੀ ਤੇ ਜਿਸ ਤਰ੍ਹਾਂ ਦੀ ਉਹ ਗੱਲ ਕਰਦੇ ਸੀ। ਇਸ ਅੰਦੋਲਨ ਬਾਰੇ ਕੋਈ ਗੱਲਾਂ ਹੁੰਦੀਆਂ ਸੀ ਘਰ 'ਚ ਜਾਂ ਤੁਹਾਡੇ, ਵੀ ਕਿਉਂ ਲੋੜ ਪਈ? ਹਾਂਜੀ, ਜਦੋਂ ਗੱਲ ਚੱਲੀ ਨਾ ਅੰਦੋਲਨ ਦੀ, ਮਤਲਬ ਕਾਲੇ ਕਾਨੂੰਨ ਜਿਹੜੇ ਪਾਸ ਕੀਤੇ ਗਏ ਜੀ, ਇਹਨਾਂ ਵਾਸਤੇ ਜਦੋਂ ਮੋਰਚਾ ਆਇਆ ਤੇ ਉਹਨਾਂ ਨੇ ਮਤਲਬ ਸਾਨੂੰ ਕਿਹਾ, ਬੱਚੇ ਸਾਰਿਆਂ ਨੂੰ ਕਿਹਾ ਵੀ ਨਾਲ ਚੱਲੀਏ ਜੀ। ਅਸੀਂ ਕਿਹਾ ਵੀ ਪਹਿਲਾਂ ਤੁਸੀਂ ਭਾਜੀ ਹੋ ਕੇ ਆਓ, ਅਸੀਂ ਬਾਅਦ 'ਚ ਚੱਲਾਂਗੇ ਨਾ, ਵੀ ਅਜੇ ਸੰਘਰਸ਼ ਜਿਹੜਾ ਵੀ ਅਜੇ ਸ਼ੁਰੂ ਹੋਇਆ ਵਾ। ਫਿਰ ਉਹ ਗਏ ਨੇ ਨਾਲ, ਪਿੰਡ ਵਾਲੇ ਗਏ ਨੇ, ਵੀ ਜਾਨੇ ਸਾਡੇ ਮੋਹਤਬਾਰ ਗਏ ਨੇ, ਉਹ ਗਏ ਨਾਲ। ਉੱਥੋਂ ਫਿਰ ਵਾਪਸ ਆਏ ਆ, ਫਿਰ ਸਾਨੂੰ ਆਂਦੇ ਵੀ ਨਾਲ ਚੱਲੋ। ਅਸੀਂ ਕਿਹਾ ਵੀ ਚੱਲ ਗਏ, ਅਸੀਂ ਚੱਲਦੇ ਹਾਂ। ਫਿਰ ਬੇਟਾ ਵੀ ਗਿਆ ਉਹਨਾਂ ਦਾ। ਅੱਛਾ। ਹਾਂਜੀ, ਟਰੈਕਟਰ ਵੀ ਖੜਿਆ ਹੈ ਨਾਲ, ਮਤਲਬ ਟਰੈਕਟਰ ਵੀ ਲੈ ਕੇ ਆਪਣਾ ਟਰੈਕਟਰ ਟਰਾਲੀ ਖੜਿਆ ਨਾਲ, ਮਤਲਬ ਸੰਗਤ ਵੀ ਗਈ ਨਾਲ। ਗਏ, ਲੰਗਰ ਚਲਾਏ ਉਹਨਾਂ ਨੇ, ਆਪਣਾ ਸੰਘਰਸ਼ ਕੀਤਾ। ਉੱਥੇ ਜਾ ਕੇ ਫੋਨ ਤੇ ਵੀ ਗੱਲ ਕਰਦੇ ਰਹਿੰਦੇ ਸੀ, ਦੱਸਦੇ ਸੀ ਉੱਥੋਂ ਦੇ ਮਾਹੌਲ ਬਾਰੇ। ਹਾਂਜੀ, ਵੀ ਇਸ ਤਰ੍ਹਾਂ ਬਾਛੜ ਪਾਣੀ ਦੀ ਹੋਈ ਆ ਜੀ ਜੀ, ਕੇਲੇ ਠੋਕੇ ਗਏ, ਜਾਨੀ ਤਸੀਹੇ ਬਹੁਤ, ਮਤਲਬ ਉਹਨਾਂ ਨੇ ਨਾ ਪ੍ਰਬੰਧ ਪੂਰਾ ਕੀਤਾ ਸੀ ਸਰਕਾਰਾਂ ਨੇ। ਹਾਂਜੀ, ਸਰਕਾਰਾਂ ਨੇ, ਵੀ ਅੱਗੇ ਲੰਘ ਨਾ ਸਕਣ। ਫਿਰ ਵੀ ਇਹਨਾਂ ਨੂੰ ਉੱਥੇ ਉਹ ਜਿਹੜਾ ਮੋਰਚਾ ਤੋੜਨਾ ਪਿਆ ਸੀ, ਤੋੜ ਕੇ ਅੱਗੇ ਗਏ। ਹਾਂ ਹਾਂਜੀ, ਤੇ ਪਰ ਇਹ ਆ ਵੀ ਪੱਕੇ ਬਹੁਤ ਸੀ। ਅਸੀਂ ਫੋਨ ਤੇ ਜਦੋਂ ਗੱਲ ਕਰਨੀ, ਅਸੀਂ ਕਹਿਣਾ ਵੀ ਭਾਜੀ ਤੁਸੀਂ ਵੀ ਹੁਣ ਆ ਜਾਓ, ਆਖਣਾ ਨਾ, ਜਹੇਦਾਰ ਨਹੀਂ ਜ਼ਿਆਦਾ ਬੋਲਦੇ ਸੀ, ਹੈ ਤੇ ਮੈਂ ਛੋਟੇ ਤੇ ਭਰਜਾਈ, ਪਰ ਜਹੇਦਾਰ ਨਹੀਂ ਜ਼ਿਆਦਾ ਦਿੰਦੇ, ਆਖਣਾ ਜਹੇਦਾਰ ਨਹੀਂ ਹੈ, ਮੋਰਚਾ ਜਿੱਤ ਕੇ ਤੇ ਫੇਰ ਆਉਣਾ,
ਮੋਰਚਾ ਫਤਿਹ ਕਰਕੇ ਆਵਾਂ। ਮੋਰਚਾ ਤਾਂ ਫਤਿਹ ਹੋ ਗਿਆ ਪਰ ਬੰਦਾ ਚਲਾ ਪਰ ਗਿਆ। ਸਾਨੂੰ ਕੰਮ ਬੜਾ ਖਰਾਬ ਕਰਦੇ ਆ, ਜੋ ਸਾਨੂੰ ਘਾਟਾ ਦੇ ਗਿਆ ਨਾ ਇਹ ਸਾਡਾ ਪੂਰਾ ਨਹੀਂ ਹੋ ਸਕਦਾ। ਬੰਦਾ ਨਹੀਂ ਵਾਪਸ ਆਉਂਦਾ ਹੁੰਦਾ ਜੀ। ਅਸੀਂ ਭਾਵੇਂ ਉਹਨਾਂ ਦੇ ਬੱਚੇ ਆ, ਜੀ ਭਾਵੇਂ ਜਿੰਨਾ ਮਰਜ਼ੀ ਕਰੀਏ, ਪਰ ਜੋ ਪਿਤਾ ਵਾਲੀ ਪਿਆਰ ਮੁਹੱਬਤ ਆ ਨਾ, ਪਿਤਾ ਵਾਲਾ ਹੀ ਆ। ਚਲੋ ਉਹਨਾਂ ਦੀਆਂ ਬੇਟੀਆਂ 2 ਵਿਆਹੀਆਂ, 2 ਅਜੇ ਵਿਆਹਣ ਵਾਲੀਆਂ ਤਰ੍ਹਾਂ। ਆਹ ਕੰਮ ਬਹੁਤ ਖਰਾਬ ਹੋਇਆ। ਇਹ ਵੀ ਬਹੁਤ ਵੱਡਾ, ਮੇਰੇ ਖਿਆਲ 'ਚ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਰਕਾਰਾਂ ਜੀ। ਨੇ ਬੜਾ ਗਲਤ ਕੰਮ ਕੀਤਾ, ਬੜਾ ਉੱਥੇ ਹਿਸਾਬ ਨਾਲ ਬੱਚੇ ਕਈ ਨੌਜਵਾਨ ਵੀ ਸ਼ਹੀਦ ਹੋ ਗਏ ਨੇ, ਬਿਲਕੁਲ ਬਜ਼ੁਰਗ ਵੀ ਹੋ ਗਏ ਨੇ ਜੀ, ਭੈਣਾਂ ਵੀ ਵਿੱਚ ਭੈਣਾਂ ਵੀ ਹੋਈਆਂ ਜੀ, ਹੋ ਗਈਆਂ। ਉਹ ਬੀਬੀ ਰਜਿੰਦਰ ਕੌਰ ਵੀ ਤੁਹਾਡੇ ਪਿੰਡ ਦੇ ਸੀ? ਹਾਂਜੀ, ਸਾਡੇ ਪਿੰਡ ਦੇ ਹੀ ਬੜੇ ਚੰਗੇ ਸੀ, ਉਹ ਵੀ ਹੂੰ, ਬਹੁਤ ਚੰਗੇ ਬੰਦੇ ਸੀ। ਉਹ ਵੀ ਮਤਲਬ ਭੈਣ ਸਾਡੀ ਬਹੁਤ ਚੰਗੀ ਸੀ। ਉਹ ਵੀ ਅੱਗੇ ਲੱਗ ਕੇ ਅੱਗੇ ਮੋਰਚਿਆਂ ਤੇ ਜਾਂਦੇ ਅਣਜਾਨੀ ਜਿਹੜੇ ਧਰਨੇ ਲੱਗਦੇ ਹੁੰਦੇ ਸੀ, ਇਹ ਜਾਂਦੇ ਸੀ ਅੱਗੇ ਵੀ ਜਾਂਦੇ ਸੀਗੇ ਭਾਜੀ। ਹਾਂਜੀ, ਅੱਗੇ ਵੀ ਬੋਲਦੇ ਗੱਲਾਂ ਬਾਤਾਂ ਕਰਦੇ ਸੀ। ਪਰ ਜ਼ਿੰਮੇਵਾਰ ਭੈਣ ਜੀ ਸਰਕਾਰਾਂ ਹੀ ਨੇ ਫਿਰ ਤਾਂ, ਕਿਉਂਕਿ ਹਾਂਜੀ, ਨਹੀਂ ਤਾਂ ਅਸੀਂ ਆਪਣੇ ਘਰੇ ਬੈਠਦੇ, ਸਾਨੂੰ ਕੀ ਲੋੜ ਸੀ ਦਿੱਲੀ ਸਾਨੂੰ ਕੀ ਲੋੜ ਜਾਂਦੀ। ਜੇ ਸਰਕਾਰ ਚੰਗੀ ਹੁੰਦੀ, ਨਾ ਕਾਨੂੰਨ ਪਾਸ ਕਰਦੇ, ਜਿਹੜੀ ਖੇਤੀ 'ਚ ਅਸੀਂ ਮਿਹਨਤ ਕਰਦੇ ਆ, ਜੀ ਆਪਣੀ ਸਬਜ਼ੀ ਲਾਉਨੇ ਆ ਜਾਂ ਫਸਲ ਕਣਕ ਝੋਨਾ ਬੀਜਦੇ ਆ, ਕਰਦੇ ਆ, ਫਸਲਾਂ ਬੀਜਦੇ ਆ, ਆਪਣੇ ਬੱਚੇ ਹੀ ਪਾਲਣ ਡਏ ਆ। ਅੱਗੇ ਤੁਹਾਨੂੰ ਪਤਾ ਸਾਡਾ ਪਛੜਿਆ ਇਲਾਕਾ, ਬਿਲਕੁਲ ਬਿਲਕੁਲ ਹੈਨਾ, ਪਛੜੇ ਇਲਾਕੇ ਦੇ ਵਿੱਚ ਮਿਹਨਤ ਕਰਕੇ ਮਹਾ ਬੱਚਿਆਂ ਦੇ ਪੇਟ ਪਾਲੇ ਜਾਂਦੇ, ਫਿਰ ਬੱਚਿਆਂ ਨੂੰ ਪੜਾਉਣਾ ਲਿਖਾਉਣਾ। ਕਾਲੇ ਕਾਨੂੰਨ ਪਾਸ ਹੋ ਜਾਂਦੇ, ਸਾਡੇ ਵਾਸਤੇ ਬੜਾ ਕੰਮ ਔਖਾ ਹੋ ਜਾਣਾ। ਤੁਹਾਡੀ ਤਾਂ ਜਿਹੜੀਆਂ 2 ਖੁੱਡਾਂ ਜ਼ਮੀਨ ਹੈ ਇਹ ਵੀ ਨਹੀਂ ਰਹਿਣੀ ਸੀ ਜੀ, ਨਹੀਂ ਰਹਿਣੀ, ਨਹੀਂ ਰਹਿਣੀ। ਕੰਪਨੀਆਂ ਨੇ ਲੈ ਲੈਣੀ ਸੀ। ਇਸ ਕਰਕੇ ਸਾਨੂੰ ਮਜਬੂਰੀ ਨੂੰ ਇਹ ਅੰਦੋਲਨ ਕਰਨਾ। ਮੈਂ ਆਪ ਗਈ ਆ। ਅੱਛਾ, ਤੁਸੀਂ ਵੀ ਆ ਕੇ ਆਏ ਹਾਂਜੀ, ਸੰਗਰੂਰ? ਦਿੱਲੀ ਗਏ ਜੀ, ਰਹਿ ਕੇ ਆਏ ਆ ਅਸੀਂ ਆਪ, ਪਰ ਬਹੁਤ ਕੰਮ ਔਖਾ ਕੀਤਾ ਸਰਕਾਰ ਨੇ। ਸੰਭਲਣਾ ਤਾਂ ਪੈਣਾ ਹੈ, ਪਹਿਲਾਂ ਲੋਕਾਂ ਨੂੰ ਸੰਭਲਣਾ ਪੈਣਾ ਹੈ, ਫਿਰ ਲੋਕਾਂ ਨੂੰ ਸਰਕਾਰਾਂ ਨੂੰ ਸੰਭਾਲਣਾ ਪੈਣਾ। ਹਜੇ ਉਹ ਚੇਤਨਤਾ ਜਿਹੜੀ ਇਕਾਈ ਸੀ ਨਾ ਕਿਸਾਨ ਅੰਦੋਲਨ ਦੇ ਦੌਰਾਨ ਤੇ ਦਰਮਿਆਨ, ਮੈਂ ਕਹਿੰਦਾ ਹੁੰਦਾ ਹਮੇਸ਼ਾ ਕਿ ਬਹੁਤ ਵੱਡੀ ਚੇਤਨਤਾ ਤੇ ਬਹੁਤ ਵੱਡੀ ਏਕਤਾ ਹੋਈ ਸੀ। ਪਿੰਡਾਂ ਦੀਆਂ ਆਪਸੀ ਲੜਾਈਆਂ ਖਤਮ ਹੋ ਗਈਆਂ ਸੀ, ਪਾਰਟੀਬਾਜ਼ੀ ਖਤਮ ਹੋ ਗਈ ਸੀ, ਪਰ ਵਾਪਸ ਆ ਕੇ ਵੋਟ ਤੰਤਰ ਨੇ ਤੇ ਨੋਟ ਤੰਤਰ ਨੇ ਉਹੀ ਪਾਰਟੀਆਂ ਦੇ ਝੰਡੇ ਪਿੰਡਾਂ ਦੀਆਂ ਜੂਹਾਂ 'ਚ ਦਿਖਣ ਲਾਤੇ, ਪਿੰਡਾਂ ਦੀਆਂ ਛੱਤਾਂ ਤੇ ਦਿਖਣ ਲਾਤੇ। ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਬਾਈ ਜੀ? ਸਾਹਿਬ ਸਿੰਘ ਜੀ, ਤੁਸੀਂ ਵੀ ਨਾਲ ਹੀ ਗਏ ਸੀਗੇ ਬਾਈ ਸੁਖਦੇਵ ਹੋਰਾਂ ਦੇ? ਅਸੀਂ ਪਹਿਲਾਂ ਜਦੋਂ ਚੱਲਿਆ ਉਦੋਂ ਪਹਿਲਾਂ ਗਏ, ਨਾਲ ਗਏ ਜੀ। ਜਿਹੜੀ ਪਹਿਲੇ ਦਿਨ 26 ਨਵੰਬਰ ਨੂੰ 26 ਨਵੰਬਰ ਨੂੰ ਜਦੋਂ ਗਏ ਆ, ਉਦੋਂ ਵੀ ਨਾਲ ਸੀ? ਉਦੋਂ ਨਾਲ ਨਹੀਂ ਗਏ ਨਾ, ਬਾਅਦ ਚ ਘੱਲਿਆ ਨਾਲ ਬਣ ਕੇ। ਅੱਛਾ ਜੀ। ਤੇ ਅਸੀਂ ਪਹਿਲਾਂ ਗਏ, ਮੁੜ ਕੇ ਨਾਲ ਬਾਅਦ ਚ ਘੱਲਿਆ ਵਾ। ਤੇ ਉਦੋਂ ਦਾ ਕਿਵੇਂ ਨਜ਼ਾਰਾ ਸੀ 26 ਨਵੰਬਰ ਨੂੰ? ਫਿਰ ਉਹ ਤੇ ਫਿਰ ਕੀ ਨਜ਼ਾਰਾ ਬੀਤੀ, ਵੇਖਣ ਵਾਲਾ ਨਜ਼ਾਰਾ ਕੀ ਹੋਇਆ ਸੀ ਦੱਸੋ ਤੁਹਾਨੂੰ? ਉੱਥੇ ਫਿਰ ਜਿਸ ਤਰ੍ਹਾਂ ਜੋ ਆਪਾਂ ਜਦੋਂ ਤੁਰੇ ਇੱਥੋਂ ਸਰਹੰਦੋਂ ਜੀ, ਤੁਰੇ ਆ, ਸਵੇਰੇ ਅਸੀਂ 4 ਵਜੇ ਤੁਰੇ ਆ ਤੜਕੇ ਜੀ। ਤੇ ਇੱਥੇ ਪਹਿਲਾ ਪੜਾ ਜਾ ਕੇ ਸਰਹੰਦ ਕੀਤਾ ਤੁਸੀਂ? ਸਰਹੰਦ ਕੀਤਾ ਰਾਤ। ਇੱਥੋਂ ਤੁਸੀਂ ਤੁਰੇ ਚੱਲ ਗਏ ਮੰਨ ਲਓ 25 ਨੂੰ? ਹਾਂਜੀ, 25 ਨੂੰ ਚੱਲੇ ਨੇ ਇੱਥੋਂ ਅਸੀਂ ਜੀ। ਤੇ ਰਾਤ ਜਾ ਕੇ ਉੱਥੇ ਠਹਿਰੇ ਅਸੀਂ ਜੀ। ਤੇ ਦਿਨੇ ਉੱਥੋਂ ਫਿਰ ਸਾਰੀ ਸੰਗਤ ਜਿਹੜੀ ਉੱਥੋਂ ਦਿਨੇ ਤੁਰੀ, ਫਿਰ ਜੀ ਜੀ, ਜਿੰਨੀ ਪੰਜਾਬ ਦੀ ਸੀ ਉਹ ਉੱਥੋਂ ਦਿਨੇ ਚੱਲੀ। ਉੱਥੋਂ ਚੱਲ ਕੇ ਫਿਰ ਉਹ ਸ਼ੰਭੂ ਬਰੀਵਾਲ ਤੇ ਗਏ ਅਸੀਂ ਜੀ। ਤੇ ਉੱਥੇ ਫਿਰ ਜਾ ਕੇ ਉਹਨਾਂ ਬਹੁਤ ਤਗੜਾ ਬਰੀਵਾਲ ਆਇਆ ਸੀ ਕਿ ਗੱਡੀਆਂ ਰੇਤਾਂ ਦੀਆਂ ਭਰ ਕੇ JCB ਜੋ ਉਹਨਾਂ ਸਾਰਾ ਉਹਨਾਂ ਬੰਦੋਬਸਤ ਕੀਤਾ ਹੈ ਪੂਰਾ। ਤੇ ਪਰ ਇਹਨਾਂ ਵੀ ਉੱਥੋਂ ਕੋਈ ਹਿੱਲਣ ਵਾਲਾ ਗੜ ਨਹੀਂ ਹੈਗਾ ਜਿਸ ਤਰ੍ਹਾਂ ਉਹਨਾਂ ਕੀਤਾ ਹੈ ਉਹਨਾਂ। ਤੇ ਪਰ ਫਿਰ ਵੀ ਜਿਹੜੀ ਨੌਜਵਾਨ ਪੀੜ੍ਹੀ ਸਾਡੀ ਜੀ, ਇਹ ਨਵਾਂ ਖੂਨ ਸੀ, ਤੇ ਇਹਨਾਂ ਫਿਰ ਆਖਿਆ ਵੀ ਹੁਣ ਜਾਣਾ ਤੇ ਫਿਰ ਅੱਗੇ ਜਾਣਾ, ਫਿਰ ਤੋੜ ਕੇ ਤੇ ਉਦੋਂ ਤਾਂ ਫਿਰ ਜਦੋਂ ਚਲਾ ਪਏ ਪਾਸਿਓਂ ਦੀ ਫਿਰ ਧੱਕਾ ਲਾ ਗੱਡੀਆਂ ਗੁੱਡੀਆਂ ਕੋਲ ਪਾਸੇ ਕਰਕੇ ਧਿਆਂਗੇ। ਉਹ ਤਾਂ ਵੱਡੇ ਟਿੱਪਰ ਲਾਏ ਹੋਏ ਸੀ ਰੇਤੇ ਦੇ ਭਰ ਕੇ, ਬਜਰੀ ਦੇ ਭਾਪਰ ਲਾਏ ਤੇ ਪਰ ਸੰਗਤ ਦੇ ਗਾੜੀ ਕਿਹੜੀ ਛਾਇਆ ਇਹਨਾਂ ਧਾਗੇ ਤੇ ਚਾੜ ਝੰਡੀਆਂ ਘੱਤੀਆਂ ਪਾਸੇ ਕਰਕੇ ਤੇ ਫਿਰ ਤੇ ਜਿਉਂ ਤੁਰੇ ਗਏ ਤੇ ਫਿਰ ਅੱਗੋਂ ਜੋ ਹਰਿਆਣਾ ਚੱਲ ਪਿਆ ਵਾ ਜੀ। ਉਹਨਾਂ ਫਿਰ ਨਾਲ ਹੀ ਲੰਗਰ ਤੇ ਨਾਲ ਹੀ ਉਹਨਾਂ ਦੀਆਂ ਟਰਾਲੀਆਂ ਪਾਣੀ ਵਾਲੀਆਂ ਤੇ ਨਾਲ ਹੀ ਫਿਰ ਉਹ ਤੁਰੇ ਗਏ ਨੇ ਹਰਿਆਣੇ ਵਾਲੇ ਭਰਾਵਾਂ ਨੇ ਨਾਲ। ਉਹਨਾਂ ਬਹੁਤ ਸਾਥ ਦਿੱਤਾ ਵੀ ਜੇ ਇੱਥੋਂ ਜੇ ਨਾ ਇਹ ਟੁੱਟਦਾ ਤੇ ਫਿਰ ਹਰਿਆਣੇ ਦੀ ਕੋਈ ਵਾਰ ਨਹੀਂ ਜਾਣੀ ਸੀ ਹਨਾ। ਤੇ ਫਿਰ ਸਾਡੇ ਟੁੱਟਣਾ ਤੇ ਉਹਨਾਂ ਦਾ ਹੌਸਲਾ ਵੱਧ ਗਿਆ ਤੇ ਉਹ ਫਿਰ ਜਦੋਂ ਇੱਕ ਤੇ 2 11 ਹੋ ਗਏ ਬਿਲਕੁਲ। ਤੇ ਫਿਰ ਜਦੋਂ ਜਾੜਾ ਬਣ ਗਿਆ ਪ੍ਰੋ ਤੇ ਫਿਰ ਕੋਈ ਗੱਲ ਨਹੀਂ, ਫਿਰ ਗਏ ਦਿੱਲੀ ਤੱਕ ਅਸੀਂ। ਤੇ ਉੱਥੇ ਰਾਤ ਇੱਕ ਰਾਤ ਫਿਰ ਜਿਹੜੀ ਰਾਜ ਲੱਗੀ ਆ 26 ਦੀ ਰਾਤ ਰਾਜ ਲੱਗ ਗਈ ਆ। ਤੇ ਉਦੋਂ ਅਗਲੀ ਰਾਤ ਦਰੇ ਫਿਰ ਅਸੀਂ ਉਹਨਾਂ ਮਿੱਟੀ ਸੁੱਟੀ ਸੀ ਤੇ ਉੱਚੀਆਂ ਪਾ ਕੇ ਤੇ ਉਹ ਫਿਰ ਅਸੀਂ ਢਾਹ ਕੇ ਤੇ ਸਵੇਰੇ 8 ਵਜੇ ਫਿਰ ਤੁਰੇ ਉੱਥੋਂ ਅਸੀਂ। ਤੇ ਅਸੀਂ 11 ਵਜੇ ਫਿਰ ਅਸੀਂ ਉੱਥੇ ਅੱਪੜ ਗਏ, ਫਿਰ ਸਿੰਘੂ ਬਾਰਡਰ ਤੇ ਪਹੁੰਚ ਗਏ। ਉੱਥੇ ਜਾ ਕੇ ਵੀ ਮੁੰਡੇ ਨੌਜਵਾਨ ਬੜੇ ਸੀ, ਉਹਨਾਂ ਫਿਰ ਟਰੈਕਟਰਾਂ ਤਾਰਾਂ ਪਾ ਕੇ ਖਿੱਚ ਲਈਆਂ ਕਰਾਂ ਜਿਹੜੀਆਂ ਸਰਕਾਰ ਨੇ ਲਾਈਆਂ ਸੀ। ਤੇ ਉਹਨਾਂ ਅਥਰੂ ਗਏ ਬੜੇ ਛੱਡੇ ਮੁੜ ਕੇ ਉੱਥੇ ਫੋਰਸ ਬਹੁਤ ਜ਼ਿਆਦਾ ਸੀ ਉੱਥੇ। ਜੀ, ਦਿੱਲੀ ਵਾਲੀ ਫੋਰਸ ਬਹੁਤ ਜ਼ਿਆਦਾ ਉੱਥੇ ਜੀ।
ਉਤੋਂ ਬਾਅਦ 'ਚ ਮੁੜ ਕੇ ਫਿਰ ਉਹਨਾਂ ਆਪਣੇ ਜਥੇਦਾਰ ਆਪਣੀ ਪਾਰਟੀ ਨੇ ਆਖਿਆ ਵੀ ਆਪਾਂ ਇੱਥੇ ਬਹਿ ਜਾਣਾ ਹੁਣ ਗਾਂ ਨਹੀਂ ਆਪਾਂ ਜਾਣਾ ਜੀ। ਉੱਥੇ ਫਿਰ ਅਸੀਂ 5 ਰਾਤਾਂ ਉੱਥੇ ਰਹੇ ਅਸੀਂ ਸਿੰਘੂ ਉਦੋਂ ਸਿੰਘੂ ਬਾਰਡਰ ਤੇ ਉਦੋਂ ਕੋਈ ਲੰਗਰ ਵੀ ਜਿਹੜਾ ਆਉਂਦਾ ਸੀ ਉਹ ਛਕਦੇ ਸੀ ਤੇ ਬਾਕੀ ਭੁੰਜੇ ਫਿਰ ਬਹਿ ਕੇ ਗੁਜ਼ਾਰਾ ਕਰਨਾ ਪਿਆ। ਅਸੀਂ 15 ਦਿਨ ਰਹੇ ਉੱਥੇ ਬੱਸ ਦੇ ਵਿੱਚ। ਉਹ ਤਾਂ ਬਈ ਠੰਡ ਬਹੁਤ ਸੀ ਯਾਰ। ਉਹਨੇ ਉਦੋਂ ਠੰਡ ਘੱਟ ਸੀ ਅਜੇ, ਅੱਛਾ। ਠੰਡ ਬਾਅਦ 'ਚ ਵਧੀਆ ਮੁੜ ਬਾਅਦ 'ਚ ਕੇ। ਵਧੀਆ ਦਸੰਬਰ ਹਾਂ, ਦੇ ਦਸੰਬਰ ਦੇ ਮਹੀਨੇ 'ਚ ਤੇ ਬਹੁਤ ਅੰਦੋਲਨ ਤਗੜਾ ਸੀ ਜਦੋਂ ਗਏ ਤੇ ਵੇਖ ਕੇ ਲੋਕੀ ਹਲਾਲ ਸੀ ਵੀ ਇਹ ਕਦਾ ਨਿਬੜ ਜੂ ਕੰਮ। ਇਹ ਪੰਜਾਬ ਵਾਲੇ ਕਰਨਗੇ ਪੰਜਾਬ ਕਿੱਦਾਂ? ਵਾਲੇ ਕਰਨਗੇ ਕੋਈ ਨਾ ਕੋਈ। ਤੇ ਬਈ ਬਹੁਤ ਜ਼ਿਆਦਾ ਕੰਮ ਚੱਲਿਆ। ਬਾਪੂ ਸੁਖਦੇਵ ਹੋਰਾਂ ਦਾ ਕਿਵੇਂ ਸੀ ਇਸ ਅੰਦੋਲਨ ਨੂੰ ਲੈ ਕੇ? ਬਾਪੂ ਸੁਖਦੇਵ ਹੋਰਾਂ ਦੇ ਬਹੁਤ ਯੋਗਦਾਨ ਸੀ। ਉਤਰਾ ਵੀ ਸਾਡੀ ਪਾਰਟੀ ਨਾਲ ਕਾਮਟਾ ਨਾਲ ਸਮਰਥਨ ਦਿੰਦੇ ਸੀ ਜੀ। ਤੇ ਜਦੋਂ ਅਸੀਂ ਆਏ ਆ ਤਾਂ ਅਸੀਂ ਆਣ ਕੇ ਆਖਿਆ ਵੀ ਤੁਸੀਂ ਚਾਚਾ ਜੀ ਹੁਣ ਜਾਣ ਦਾ ਮੌਕਾ ਚੱਲੀਏ ਹੁਣ। ਆਂਦਾ ਅਸੀਂ ਟਰਾਲੀ ਜਾਣੀ ਆ ਤੇ ਮੈਂ ਚੱਲਦਾ ਵਾਂ ਜੀ। ਫਿਰ ਜਦੋਂ ਗਿਆ ਵਾ ਇਹ ਮੁੜ ਕੇ ਇਹਨੇ ਇਹ ਨਹੀਂ ਵੀ ਆਖਿਆ ਵੀ ਮੈਂ ਘਰ ਵੀ ਆ ਜਾ। ਅੱਛਾ। ਇਹਦਾ ਕੰਮ ਹੈਗਾ ਵੀ ਜਿੱਥੇ ਜਾਣਾ ਵੀ ਡਟ ਕੇ ਰਹਿਣਾ ਵਾ ਵੀ ਪਿੱਛਾ ਭੌਂਕੇ ਨਹੀਂ ਵੇਖਣਾ। ਕੱਚਾ ਨਹੀਂ ਕੰਮ ਕਰਨਾ। ਕੱਚਾ ਨਹੀਂ ਕੰਮ ਕਰਨਾ ਵੀ ਆ ਜਾਓ ਤੇ ਭਾਜੋ ਆ ਜਾਓ ਤੇ ਭਾਜੋ। ਫਿਰ ਜਦੋਂ ਗੁੱਡੀ ਦਾ ਠਾਕਾ ਸੀ ਉਦੋਂ ਆਇਆ ਵਾ 4-5 ਦਿਨ ਰਿਹਾ ਵਾ ਤੇ ਮੁੜ ਕੇ ਫੇਰ ਚਲੇ ਗਿਆ ਵਾ। ਯਾਰ ਕੈਸਾ ਹਿੰਮਤੀ ਇਨਸਾਨ ਤੇ ਹੋਊਗਾ। ਇਹਨਾਂ ਘਰ ਵੀ ਜੀਅ ਵੀ ਛੱਡ ਕੇ ਪਰਵਾਹ ਨਹੀਂ ਕੀਤੀ ਵੀ ਕਿੱਥੋਂ ਖਾਣਗੇ ਕੀ ਕਰਨਗੇ ਕੀ ਨਾ ਕਰਨਗੇ ਵੀ ਪੈਲੀ ਵੀ ਥੋੜੀ ਆ ਤੇ ਆਪਣਾ ਗੁਜ਼ਾਰਾ ਕਿਤਨਾ ਹੋਊਗਾ। ਇਹਨੇ ਇਹ ਨਹੀਂ ਵੇਖਿਆ ਇਹਨੇ ਵੀ ਜੋ ਅੰਦੋਲਨ ਹੋਊ ਨਾ ਉਹਦੇ ਵਿੱਚ ਹੀ ਮਿਲੂ ਜੋ ਮਿਲੂਗਾ। ਆਹ ਗੱਲ ਵੱਡੀ ਸੀ ਕਿ ਸੰਘਰਸ਼ ਦੇ ਵਿੱਚੋਂ ਸੰਘਰਸ਼ ਦੇ ਵਿੱਚੋਂ ਮਿਲੂ ਜੋ ਮਿਲੂਗਾ। ਤੇ ਮੈਂ ਨਾ ਬਾਣੀ ਨੂੰ ਪ੍ਰੇਅਰ ਬੜਾ ਕਰਦੇ ਸੀ। ਨਿਹੰਗਾਂ ਸਿੰਘਾਂ ਨਾਲ ਬੜਾ ਉੱਥੇ ਰਹੇ ਆ ਤੇ ਸਾਰਾ ਵੀ ਬਾਣੀ ਬਹੁਤ ਜ਼ਿਆਦਾ ਪੜ੍ਹਦੇ ਸੀ ਉਹ। ਤੇ ਬਾਈ ਮੈਂ ਤਾਂ ਇੱਕ ਗੱਲ ਪੁੱਛਣੀ ਆ ਵੀ ਯਾਰ ਐਡਾ ਚੰਗਾ ਬੰਦਾ ਹਾਂਜੀ ਤੇ ਖੋਇਆ ਤਾਂ ਫਿਰ ਸਿਸਟਮ ਨੇ ਖੋਇਆ ਤਾਂ ਸਿਸਟਮ ਨੇ ਸਰਕਾਰਾਂ ਨੇ। ਜੇ ਸਿਸਟਮ ਸਹੀ ਹੁੰਦਾ ਤੇ ਸਾਨੂੰ ਲੋੜ ਨਹੀਂ ਕਿ ਘਰੋਂ ਨਿਕਲਦੀ ਕੋਈ ਆਪਾਂ ਨੂੰ। ਬਿਲਕੁਲ ਵੀ ਆਪਾਂ ਕਿਤਨਾ ਗੁਜ਼ਾਰੇ ਕਰਨ ਦੇ ਘਰ ਮਾਂ ਮੁਸ਼ਕਲ ਗੁਜ਼ਾਰੇ ਹੁੰਦੇ ਆ। ਤੇ ਜਦੋਂ ਇੱਕ ਸਰਕਾਰਾਂ ਤੰਗ ਕਰਦੀਆਂ ਨੇ ਤੇ ਮਾਰੀਆਂ ਫਿਰ ਆਪਾਂ ਨੂੰ ਤੁਰਨਾ ਪੈਂਦਾ ਵਾ। ਤੁਰ ਕੇ ਫਿਰ ਆਪਣਾ ਕੋਈ ਨਾ ਕੋਈ ਤਾਂ ਕਰਨਾ ਪੈਂਦਾ ਵਾ ਵੀ ਜੇ ਬੰਦਾ ਚ ਮਰ ਜੂ ਤੇ ਮਾਰ ਜੂ ਫਿਰ ਕੰਮ ਤਾਂ ਹੋਣਾ ਹੀ ਹੋਣਾ। ਇੱਕ ਕੰਮ ਤਾਂ ਹੋਣਾ। ਤੇ ਸਰਕਾਰਾਂ ਦੇ ਢਾਂਚੇ ਨੇ ਇਹ ਸਾਰਾ ਆਪਣਾ ਸਿਸਟਮ ਜਿਹੜਾ ਖਰਾਬ ਕੀਤਾ ਵਾ। ਨਹੀਂ ਤੇ ਸਾਡਾ ਨੌਜਵਾਨ ਬਜ਼ੁਰਗ ਜਿਹੜਾ ਜਾਣ ਵਾਲਾ ਨਹੀਂ ਹੈਗਾ ਜੀ। ਬਿਲਕੁਲ ਵੀ 2 ਲੜਕੀਆਂ ਵਿਆਹਣ ਵਾਲੀਆਂ ਨੇ। ਹੁਣ ਸਾਨੂੰ ਪਤਾ ਵੀ ਉਹਨਾਂ ਦਾ ਕਿਤਨਾ ਕਰਨਾ ਕਿਤਨਾ ਨਹੀਂ ਕਰਨਾ। ਵੀ ਉਹ ਆਪਣਾ ਕਮਾਈ ਕਰਦਾ ਸੀ ਚਲ ਮੈਂ ਆਪਣੇ ਕਿਤਨਾ ਕਰਕੇ ਉਹਨੇ ਕਿਤਨਾ ਉਹਨੇ ਕਰਨਾ ਸੀ ਆਪਣੇ ਹਿਸਾਬ ਨਾਲ ਉਹਨੇ ਕਰਨਾ ਸੀ। ਭਾਵੇਂ ਚੰਗਾ ਕਰਦਾ ਮਾੜਾ ਕਰਦਾ ਤਾਂ ਵੀ ਉਹਨੇ ਸਹੀ ਕਰਨਾ ਸੀ। ਬਿਲਕੁਲ। ਅਸੀਂ ਹੁਣ ਜਿੱਦਾਂ ਆਪਾਂ ਚੰਗਾ ਵੀ ਕਰਦੀਆਂ ਨਾ ਤੇ ਪਰ ਧੀਆਂ ਨਹੀਂ ਉਹ ਪਿਓ ਨਹੀਂ ਮਿਲਣਾ। ਉਹਦਾ ਪਿਆਰ ਹੈ ਭਾਵੇਂ ਸਿਰ ਤੋਂ ਫੋਕਾ ਜੇ ਨਾ ਉਹ ਬੜੀ ਚੀਜ਼ ਹੁੰਦੀ ਆ। ਬਿਲਕੁਲ ਇਹ ਬੜੀ ਮਹੱਤਵਪੂਰਨ ਗੱਲ ਆਖੀ ਭਾਜੀ ਨੇ ਕਿ ਉਹਨਾਂ ਧੀਆਂ ਨੂੰ ਬਾਬਲ ਨਹੀਂ ਮਿਲਣਾ ਜਿਹੜੀਆਂ ਹਜੇ ਬੈਠੀਆਂ ਨੇ। 2 ਵਿਆਹੀਆਂ ਗਈਆਂ 2 ਧੀਆਂ ਹਜੇ ਬੂਹੇ ਤੇ ਬੈਠੀਆਂ ਨੇ। ਪਿਓ ਸਿਰ ਤੇ ਨਾ ਹੋਵੇ ਤਾਂ ਫਿਰ ਕਾਲੀ ਰਾਤ ਹੈ ਨਾ ਜਿਹੜੀ ਇੱਕ ਰਾਤ ਵੀ ਤੁਹਾਨੂੰ ਕਈ ਵਾਰੀ ਇੱਕ ਸਦੀ ਵਰਗੀ ਲੱਗਦੀ ਹੁੰਦੀ ਹੈ ਨਹੀਂ ਲੰਘਦੀ ਹੁੰਦੀ। ਇੱਕ ਬ੍ਰੇਕ ਦਾ ਵਕਤ ਹੋਇਆ। ਬ੍ਰੇਕ ਦੇ ਅਗਲੇਰੇ ਪਾਰ ਸ਼ਹੀਦ ਸੁਖਦੇਵ ਦੀਆਂ ਕੁਝ ਯਾਦਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਾਂਗਾ। ਦੇਵ ਤਰੀਕਿਆਂ ਵਾਲੇ ਨੇ ਲਿਖਿਆ ਸੀ ਤੇ ਕੁਲਦੀਪ ਮਾਨਕ ਨੇ ਗਾਇਆ ਸੀ। ਧੀਆਂ ਦਾ ਆਪਣੇ ਪਿਓ ਪ੍ਰਤੀ ਇੱਕ ਪਿਆਰ ਉਜਾਗਰ ਕਰਦਾ ਹੋਏ ਬੋਲ ਸੀ ਕਿ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਵੇਲਾਂ, ਸਾਡੇ ਪਿੰਡ ਦੇ ਸਟੇਸ਼ਨ ਤੇ ਨਾ ਰੁਕਦੀਆਂ ਰੇਲਾਂ, ਮੇਰਾ ਧਰਮੀ ਬਾਬਲ ਨਹੀਂ ਦੇਸਾਂ ਦਾ ਰਾਜਾ, ਮੈਂ ਆਖ ਕੇ ਬਾਪੂ ਨੂੰ ਰੇਲਾਂ ਰਖਵਾਵਾਂ। ਧੀ ਲਈ ਬਾਪ ਉਹ ਹੁੰਦਾ ਹੈ, ਮਾਂ ਨਾਲ ਧੀ ਦੀ ਬੁੱਕਲ ਸਾਂਝੀ ਹੁੰਦੀ ਹੈ, ਪਰ ਇੱਕ ਧੀ ਦਾ ਜਿਹੜਾ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਹੀਰੋ ਬਣਦਾ ਹੈ ਨਾ, ਸਭ ਤੋਂ ਪਹਿਲਾ ਤੇ ਵੱਡਾ, ਉਹ ਉਹਨਾਂ ਦਾ ਪਿਤਾ ਹੁੰਦਾ, ਉਹਨਾਂ ਦਾ ਫਾਦਰ ਹੁੰਦਾ। ਬਾਈ ਸ਼ਹੀਦ ਸੁਖਦੇਵ ਹੋਰੀ ਇੱਥੋਂ ਦਿੱਲੀ ਜਾਂਦੇ ਨੇ, ਵਾਰੀ ਜਾਂਦੇ ਨੇ। ਇੱਕ ਦਿਨ ਧੀ ਦਾ ਸਾਕ ਹੋਣਾ ਹੁੰਦਾ ਹੈ, ਮੰਗਣਾ ਹੋਣਾ ਹੁੰਦਾ ਹੈ, ਠਾਕਾ ਬੋਲਦੇ ਆ ਇਸ ਭਾਸ਼ਾ ਦੇ ਵਿੱਚ। ਆਉਂਦੇ ਨੇ, ਆਪਣੇ ਹੱਥੀਂ ਕਾਜ ਸਵਾਰਦੇ ਨੇ ਆਪਣੀ ਧੀ ਦਾ, ਫਿਰ ਦਿੱਲੀ ਜਾਂਦੇ ਨੇ ਤੇ ਫਿਰ ਮੁੜ ਕੇ ਨਹੀਂ ਆਉਂਦੇ। ਆਉਂਦੇ ਨੇ ਤੇ ਆਉਂਦੇ ਹੀ ਹੈ ਤਾਂ ਉਹਨਾਂ ਦੀ ਮ੍ਰਿਤਕ ਦੇ। ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਤੁਹਾਡਾ? ਮਨਦੀਪ। ਮਨਦੀਪ, ਕਦੋਂ ਵਿਆਹ ਹੋਇਆ ਤੁਹਾਡਾ? ਮੇਰਾ ਹੋ ਗਿਆ 10 ਸਾਲ ਹੋ ਗਏ। ਤੇ ਬਾਪੂ ਜੀ ਦੀ ਕੋਈ ਯਾਦ? ਯਾਦਾਂ ਸਾਰੀਆਂ ਨਾਲ ਹੀ ਆ, ਬਾਪੂ ਜੀ ਦੀਆਂ ਯਾਦਾਂ ਤਾਂ ਭੁੱਲਦੀਆਂ ਥੋੜਾ ਹੁੰਦੀਆਂ। ਕਿੱਦਾਂ ਦਾ ਸੁਭਾਅ ਸੀਗਾ? ਸੁਭਾਅ ਦਲੇਰ ਸੀ, ਬਹੁਤ ਇਮਾਨਦਾਰ ਸੀ ਬੰਦੇ, ਡਰ ਡੁੱਕਰ ਨਹੀਂ ਕਿਸ ਦਾ, ਮਾਨ ਨਾਲ ਤੁਰਦੇ ਸੀ, ਛਾਤੀ ਤਾਣ ਕੇ। ਕਿਉਂਕਿ ਇਮਾਨਦਾਰ ਸੀ ਇਸੇ ਕਰਕੇ ਮਾਨ ਨਾਲ ਤੁਰਦੇ ਸੀ ਨਾ। ਹਾਂਜੀ। ਤੇ ਜੇ ਇਹ ਅੰਦੋਲਨ ਨਾ ਸ਼ੁਰੂ ਹੁੰਦਾ ਤਾਂ ਸ਼ਾਇਦ ਸਾਡੇ ਦਰਮਿਆਨ ਹੁੰਦੇ ਉਹ। ਹਾਂ, ਸਾਡੇ ਗੁਰੂ ਸਾਹਿਬ ਜੀ ਸ਼ਹੀਦ ਹੋਏ ਨੇ ਇਸੇ ਕੰਮਾਂ ਵਿੱਚ ਜੀ। ਹੁਣ ਸਾਡੇ ਬਾਪੂ ਜੀ ਵੀ ਜੇ ਲੋੜ ਪਈ ਤੇ ਸਾਨੂੰ ਵੀ ਗਾਂਹ ਖੜੇ ਹੋਣਾ ਪੈਣਾ ਵਾ, ਕਿਉਂਕਿ ਜਿਸ ਤਰ੍ਹਾਂ ਹੁਣ ਗਾਂਹ ਆਉਂਦੀਆਂ ਪੀੜ੍ਹੀਆਂ ਜੀ ਤੇ ਸਾਰਾ ਕੁਝ ਭੁੱਲਦੀਆਂ ਜਾਂਦੀਆਂ ਨੇ। ਜੀ ਬਿਲਕੁਲ। ਇਸ ਕਰਕੇ ਸਾਨੂੰ ਇਸ ਨਾਲ ਖੜਾ ਹੋਣਾ ਚਾਹੀਦਾ ਵਾ। ਜਦੋਂ ਉਹ ਸ਼ਹੀਦ ਹੋ ਗਏ, ਸਾਡੇ ਬਾਪੂ ਵੀ ਹੋ ਗਏ, ਜੇ ਗਾਂਹ ਸਾਨੂੰ ਹੋਣਾ ਹੋਊਗਾ ਪੈਊਗਾ ਤੇ ਅਸੀਂ ਵੀ ਹੋਵਾਂਗੇ ਜ਼ਰੂਰ। ਇਹ ਹੌਸਲਾ ਬਹੁਤ ਵੱਡੀ ਚੀਜ਼ ਹੈ
ਜਿਹੜੀ ਗੱਲ ਆਖੀ ਹੈ ਇਹ ਹੌਸਲਾ ਬਹੁਤ। ਕੀ ਨਾਂ ਜੀ ਤੁਹਾਡਾ? ਅੰਮ੍ਰਿਤਪਾਲ ਕੌਰ। ਅੰਮ੍ਰਿਤਪਾਲ, ਹਾਂਜੀ। ਐਜੂਕੇਸ਼ਨ ਲੈ ਰਹੇ ਹੋ ਤੁਸੀਂ? ਨਹੀਂ ਸਰ, ਫਿਨਿਸ਼ ਆ ਮੇਰੀ। ਤੇ ਹੁਣ ਕੀ ਕਰ ਰਹੇ ਹੋ? ਕੁਝ ਨਹੀਂ, ਬਸ ਫ੍ਰੀ ਘਰੇ। ਕਿਸਾਨ ਅੰਦੋਲਨ ਚੱਲਿਆ, ਅੰਦੋਲਨ ਦੇ ਵਿੱਚ ਤੁਹਾਡੇ ਬਾਪੂ ਜੀ ਜਾਂਦੇ ਨੇ ਪਰ ਮੁੜ ਕੇ ਜਿਉਂਦੇ ਨਹੀਂ ਆਉਂਦੇ ਹੈਗੇ, ਸ਼ਹੀਦ ਹੋ ਕੇ ਆਉਂਦੇ ਨੇ। ਕਿਹੜੀਆਂ ਗੱਲਾਂ ਜਿਹੜੀਆਂ ਬਾਪੂ ਦੀਆਂ ਚੇਤੇ ਆਉਂਦੀਆਂ? ਕੋਈ ਵੀ ਗੱਲ ਮੈਨੂੰ ਪਿਤਾ ਜੀ ਦੀ ਯਾਦ ਨਹੀਂ ਭੁੱਲੀ। ਜਦੋਂ ਗਏ ਸੀਗੇ ਇੱਥੋਂ, ਉਹ ਮੈਨੂੰ ਬੋਲ ਕੇ ਗਏ ਸੀ ਕਿ ਮੈਂ ਵਾਪਸ ਜ਼ਰੂਰ ਆਉਂਗਾ, ਪਰ ਆ ਨਹੀਂ ਸਕੇ। ਚਲੋ ਉਹਨਾਂ ਦੀਆਂ ਯਾਦਾਂ ਤਾਂ ਸਾਡੇ ਨਾਲ ਹੈਗੀਆਂ ਨੇ, ਪਰ ਡੈਥ ਨਹੀਂ ਹੋਈ ਉਹਨਾਂ ਦੀ, ਉਹ ਅਮਰ ਹੋ ਗਏ ਨੇ ਹਮੇਸ਼ਾ ਵਾਸਤੇ ਬਿਲਕੁਲ ਸਾਡੇ ਦਿਲ ਵਿੱਚ, ਲੋਕਾਂ ਦੇ ਦਿਲਾਂ ਵਿੱਚ। ਜਾਂਦੇ ਜਾਂਦੇ ਸਾਨੂੰ ਬਹੁਤ ਕੁਝ ਦੇ ਗਏ ਨੇ ਉਹ, ਆਪਣੀਆਂ ਯਾਦਾਂ ਦੇ ਨਾਲ ਨਾਲ। ਕੀ ਆਖਦੇ ਹੁੰਦੇ ਸੀ, ਮਤਲਬ ਤੁਹਾਡੇ ਕੈਰੀਅਰ ਨੂੰ ਲੈ ਕੇ ਜਾਂ ਤੁਹਾਡੀ ਲਾਈਫ ਨੂੰ ਲੈ ਕੇ ਗੱਲਾਂ ਹੁੰਦੀਆਂ ਹੋਣਗੀਆਂ? ਹਾਂਜੀ, ਉਹ ਬੜੀ ਰਹਿੰਦੇ ਸੀਗੇ, ਬਹੁਤ ਕਹਿੰਦੇ ਸੀਗੇ ਅੱਗੇ ਜਿਹੜੇ ਉਹ ਆਪਣੇ ਦੇਸ਼ ਵਾਸਤੇ ਕੁਝ ਕਰਿਓ, ਬਹੁਤ ਇਸ ਤਰ੍ਹਾਂ ਦਾ ਬੋਲਦੇ ਹੁੰਦੇ ਸੀਗੇ। ਸ਼ਬਦਾਂ ਤੋਂ ਪਾਰ ਹੋ ਜਾਂਦੀਆਂ ਨੇ ਕੁਝ ਚੀਜ਼ਾਂ ਦੇ ਲਈ ਸ਼ਬਦ ਮਾਇਨੇ ਨਹੀਂ ਰੱਖਦੇ। ਤੇ ਮੈਂ ਤੁਹਾਨੂੰ ਸ਼ਹੀਦ ਸੁਖਦੇਵ ਹੋਰਾਂ ਦੇ ਪਰਿਵਾਰ, ਇਹ 2 ਧੀਆਂ, ਕਿ ਮੈਂ ਗੱਲ ਪਹਿਲਾਂ ਵੀ ਤੁਹਾਨੂੰ ਆਖੀ ਹੈ ਤੇ ਫਿਰ ਦੁਬਾਰਾ ਆਖਦਾ ਕਿ ਹੁਣ ਇਹ ਸਾਡਾ ਫਰਜ਼ ਬਣਦਾ ਕਿ ਅਸੀਂ ਇਸ ਪਰਿਵਾਰ ਦੀ ਸਾਂਭ ਸੰਭਾਲ ਤੇ ਦੇਖ ਰੇਖ ਕਿਵੇਂ ਕਰਨੀ ਹੈ। ਇਹ ਫਰਜ਼ ਹੁਣ ਸਾਰੇ ਪੰਜਾਬੀਆਂ ਦਾ ਹੈ, ਚਾਹੇ ਉਹ ਪੰਜਾਬ 'ਚ ਬੈਠੇ ਨੇ, ਚਾਹੇ ਪੰਜਾਬ ਤੋਂ ਬਾਹਰ ਬੈਠੇ ਨੇ। ਹੁਣ ਇਸ ਘਰ ਦੇ ਹਾਲਾਤਾਂ ਨੂੰ ਤੁਸੀਂ ਆਪ ਸਿੰਜਣਾ ਹੈ, ਕਿਉਂਕਿ ਸ਼ਹੀਦ ਸੁਖਦੇਵ ਹੋਰੀ ਆਪਣਾ ਫਰਜ਼ ਨਿਭਾ ਗਏ। ਹਨੇਰਿਆਂ ਨੂੰ ਜੇ ਭੁਲੇਖਾ ਹੈ ਹਨੇਰੇ ਪਾਉਣ ਦਾ, ਹਨੇਰਿਆਂ ਤੇ ਰੋਕ ਵੀ ਲਾਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ, ਮੌਤ ਦੀ ਸਰਦਲ ਤੇ ਬਹਿ ਗਾਉਂਦੇ ਰਹੇ ਨੇ ਲੋਕ। ਇਹ ਲੋਕ ਨੇ ਜਿਹੜੇ ਮੌਤ ਦੀ ਸਰਦਲ ਤੇ ਬੈਠ ਕੇ ਵੀ ਗਾਉਂਦੇ ਰਹੇ। ਉਹ ਬਾਰਡਰ ਚਾਹੇ ਸਿੰਘੂ ਦਾ ਸੀ, ਚਾਹੇ ਟਿਕਰੀ ਦਾ ਸੀ, ਚਾਹੇ ਗਾਜ਼ੀਪੁਰ ਦਾ ਸੀ, ਚਾਹੇ ਹੋਰ ਜਿਹੜੇ ਬਾਰਡਰ ਘੇਰੇ ਸੀ, ਹਰ ਬੰਦੇ ਨੂੰ ਪਤਾ ਸੀ ਉੱਥੇ ਬੈਠੇ ਨੂੰ ਕਿ ਮੌਤ ਕਿਸੇ ਪਲ ਵੀ ਆ ਸਕਦੀ ਹੈ। ਸਰਕਾਰ ਕਦੇ ਵੀ ਕੋਈ ਵੀ ਫੈਸਲਾ ਲੈ ਸਕਦੀ ਹੈ। ਕਿੰਨੀ ਵਾਰੀ ਮਾਹੌਲ ਉੱਥੇ ਤਣਾਅਪੂਰਨ ਬਣਿਆ। 26 ਤੋਂ ਬਾਅਦ ਇਹ ਲੱਗ ਰਿਹਾ ਸੀ, 26 ਜਨਵਰੀ ਦੀ ਗੱਲ ਕਰਦਾ, ਉਸ ਤੋਂ ਬਾਅਦ ਇਹ ਲੱਗ ਰਿਹਾ ਸੀ ਕਿ ਸ਼ਾਇਦ ਕੀਤੀ ਹੋਈ ਸਾਰੀ ਮਿਹਨਤ ਦੇ ਉੱਤੇ ਪਾਣੀ ਪੈ ਗਿਆ। ਪਰ ਕਹਿੰਦੇ ਆ ਕਿ ਜਾਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਏ। ਉੱਥੇ ਖਲਕਤ ਸੀ, ਖਲਕਤ ਦੇ ਵਿੱਚ ਖੁਦਾ ਹੁੰਦਾ, ਪੰਚਾਂ 'ਚ ਪਰਮੇਸ਼ਰ ਹੁੰਦਾ। ਉੱਥੇ ਤਾਂ ਕਿੰਨੇ ਹੀ ਪਰਮੇਸ਼ਰ ਇਕੱਠੇ ਹੋ ਗਏ ਸੀ। ਬਾਣੀ ਦਾ ਉੱਥੇ ਲਗਾਤਾਰ ਪ੍ਰਵਾਹ ਚੱਲਦਾ ਸੀ, ਲੰਗਰ ਲੱਗੇ ਸਨ। ਏਕਤਾ ਦਾ ਪ੍ਰਤੀਕ ਹਰਿਆਣਾ, ਪੰਜਾਬ ਤੇ ਉੱਤਰ ਪ੍ਰਦੇਸ਼ ਦਾ ਸਾਰਾ ਭਾਈਚਾਰਾ ਡਟਿਆ ਬੈਠਾ ਸੀ। ਉਸੇ ਡਟੇ ਬੈਠਿਆਂ ਦੇ ਵਿੱਚੋਂ ਸਾਡਾ ਇੱਕ ਸੱਜਣ ਸੁਖਦੇਵ ਇਸ ਧਰਤੀ ਤੋਂ ਚਲਾ ਗਿਆ, ਸਰਕਾਰਾਂ ਦੀਆਂ ਨੀਤੀਆਂ ਤੇ ਸਰਕਾਰਾਂ ਦੀ ਨੀਤ ਮਾੜੀ ਹੋਣ ਕਰਕੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਗੁਰਦੇਵ ਸਿੰਘ ਜੀ। ਬਾਈ ਜੀ ਗੁਰਦੇਵ ਸਿੰਘ ਜੀ, ਬਾਈ ਸੁਖਦੇਵ ਦੀ ਕੋਈ ਗੱਲਬਾਤ ਸਾਂਝੀ ਕਰੋ, ਤੁਹਾਡੇ ਨਾਲ ਉੱਥੇ ਗਏ ਹੋਣ। ਸੁਖਦੇਵ ਜੀ ਬੜਾ ਸੰਘਰਸ਼ੀ ਯੋਧਾ ਸੀਗਾ ਤੇ ਬੜਾ ਸਾਨੂੰ ਘਾਟਾ ਪਿਆ ਵਾ ਸਾਡੀ ਯੂਨੀਅਨ ਨੂੰ ਜੀ, ਕਿਸਾਨ ਯੂਨੀਅਨ ਨੂੰ ਉਹਦੇ ਜਾਣ ਦਾ। ਮਤਲਬ ਉਹ ਜੇਕਰ ਉਹਨੂੰ ਵਾਪਸ ਸੱਦਣਾ ਪਿਆ ਤਾਂ ਕਿਤੇ ਜ਼ਰੂਰੀ ਕੰਮ ਬਦਲੇ ਆਇਆ ਵਾ, ਨਹੀਂ ਤੇ ਜਦੋਂ ਸੰਘਰਸ਼ ਚੱਲਿਆ ਵਾ ਉਹ ਨਹੀਂ ਉਦੋਂ ਬਾਅਦ ਉਹਨੇ ਵਾਪਸੀ ਦਾ ਨਾਂ ਨਹੀਂ ਲਿਆ ਵੀ ਮੈਨੂੰ ਕੋਈ ਪਿੰਡ ਜ਼ਰੂਰਤ ਹੈ ਜਾਣ ਦੀ, ਪਰ ਘਰ ਵਾਲਿਆਂ ਨੇ ਜ਼ਰੂਰਤ ਸਮਝੀ ਉਹਦੀ ਕਿ ਤੂੰ ਜੇਕਰ ਆ ਜਾਂ ਜਦੋਂ 1-2 ਵਾਰ ਉਹਨੇ ਵਾਪਸ ਜਦੋਂ ਧੀ ਦਾ ਠਾਕਾ ਸੀਗਾ ਮਜਬੂਰੀ ਸੀ ਜੀ। ਹਾਂਜੀ, ਇਹ ਸਰਕਾਰਾਂ ਕਰਕੇ ਬੰਦੇ ਗਏ ਨੇ 750 ਹਾਂਜੀ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਜੀ। ਜੇ ਸਰਕਾਰਾਂ ਦੀਆਂ ਨੀਤੀਆਂ ਸਹੀ ਹੋਣ ਤੇ ਫਿਰ ਇੰਨੀਆਂ ਖੁਦਕਸ਼ੀਆਂ ਹੁੰਦੀਆਂ, ਜੋ ਕੁਝ ਵੀ ਹੋ ਰਿਹਾ ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਹੋਣ ਡਿਆ ਜੀ। ਤੇ ਜੇ ਇਹ ਮਤਲਬ ਗਲਤ ਨੀਤੀਆਂ ਨਾ ਹੋਣ ਤੇ ਫਿਰ ਸਾਡੇ ਸਾਥੀ ਇਹ ਵੀ ਨਾ ਖੁੱਸਦੇ ਤੇ ਜਿਹੜੇ ਆਮ ਲੋਕ ਖੁਦਕਸ਼ੀਆਂ ਕਰ ਰਹੇ ਨੇ, ਕਿਸਾਨ ਘਰਾਂ 'ਚ ਬੈਠੇ ਵੀ ਤੰਗੀਆਂ ਤੋੜੀਆਂ ਤੋਂ, ਉਹ ਵੀ ਨਾ ਕਰਨ ਜੀ। ਜੇ ਸਰਕਾਰਾਂ ਸਹੀ ਹੋਣ, ਸਾਥ ਦੇਣ ਕਿਸਾਨਾਂ ਦਾ। ਸਰ ਮੈਨੂੰ ਜਾਂ ਦਰਸ਼ਕਾਂ ਨੂੰ ਇਹ ਸਮਝਾਓ ਕਿ ਜਿਹੜੇ ਬਾਰਡਰ ਏਰੀਏ ਦੀ ਖੇਤੀ ਹੈ ਜਾਂ ਬਾਰਡਰ ਏਰੀਏ ਦਾ ਕਿਸਾਨ ਹੈ, ਹਾਂਜੀ, ਇਹ ਦੂਜੇ ਆਮ ਕਿਸਾਨਾਂ ਨਾਲੋਂ ਅਲੱਗ ਕਿਵੇਂ ਆ, ਔਖਾ ਕਿਵੇਂ ਆ? ਇਹ ਜੀ ਕੋਈ ਵੀ ਮਤਲਬ ਬਾਰਡਰ ਦੇ ਉੱਤੇ ਕਿਸੇ ਵੀ ਰਕਮ ਦੀ ਕੋਈ ਗੱਲਬਾਤ ਪਿੱਛੇ ਹੁੰਦੀ ਹੈ ਜਾਂ ਇੱਧਰ ਹੁੰਦੀ ਉੱਧਰ ਹੁੰਦੀ ਆ, ਉਹਦੀ ਤੰਗੀ ਸਾਰੀ ਇਹ ਬਾਰਡਰ ਤੇ ਕਿਸਾਨ ਨੂੰ ਚੱਲਣੀ ਪੈਂਦੀ ਹੈ ਜੀ। ਹਾਂਜੀ, BSF ਦੀ ਜਾਂ ਦੂਜੀ ਮਿਲਟਰੀ ਫੋਰਸ ਦੀ ਕੋਈ ਵੀ ਕਿਸੇ ਵੇਲੇ ਸਖਤਾਈ ਹੋ ਗਈ ਜਾਂ ਕਿਸੇ ਬੰਨੇ ਕੋਈ ਝਗੜਾ ਚੱਲ ਪਿਆ, ਜਿਸ ਤਰ੍ਹਾਂ ਕਾਰਗਲ ਚ ਅੱਗੇ ਲੱਗੀ ਜਾਂ ਉੱਦਾਂ ਵੀ ਫਿਰ ਇਹ ਘਰਾਂ ਨੂੰ ਉੱਜੜਨਾ। ਇੱਥੇ ਸਾਡੇ ਉਦੋਂ ਮੈਨ ਲੱਗ ਗਏ ਸਾਰੇ ਤੇ ਸਭ ਕਿਸਾਨਾਂ ਨੂੰ ਪਿੱਛੇ ਜਾਣਾ ਪਿਆ। ਕਈ ਵਿਚਾਰੇ ਉਦੋਂ ਵੀ ਇਸ ਤਰ੍ਹਾਂ ਹੀ ਮਤਲਬ ਗਮ ਦੇ ਨਾਲ ਹੀ ਕਈ ਬੰਦੇ ਸ਼ਹੀਦ ਹੋ ਗਏ।
ਅਸੀਂ ਚੰਗੇ ਭਲੇ ਘਰਾਂ ਵਾਲੇ ਆ, ਸਾਡੀਆਂ ਪੈਲੀਆਂ ਨੇ, ਘਰ ਵੀ ਛੁੱਟ ਗਏ, ਪੈਲੀਆਂ ਵੀ ਛੁੱਟ ਗਈਆਂ, ਪੈਲੀਆਂ ਉਜਾੜਾ ਪੈ ਗਿਆ ਇੱਕ ਤਰ੍ਹਾਂ ਦਾ। ਹਾਂਜੀ, ਜਾੜਾ ਪੈ ਗਿਆ ਜੀ। ਓਹੋ। ਜਿਹੜੇ ਕੋਈ ਪੱਠਾ ਦਿੱਤਾ ਆਪਣਾ ਸਗੋਂ ਵਾਧੂ ਵੇਚਦੇ ਸੀਗੇ, ਉਹਨਾਂ ਨੂੰ ਮੁੱਲ ਲੈ ਕੇ ਜਦੋਂ ਪਾਉਣਾ ਪਿਆ ਤੇ ਫਿਰ ਉਹ ਬੰਦੇ ਨੇ ਕਈਆਂ ਨੇ ਦਿਲ ਤੇ ਲਾ ਲਈਆਂ, ਕਈ ਉਦੋਂ ਵੀ ਇਤਨੇ ਵਿਚਾਰੇ ਸ਼ਹੀਦ ਹੋਏ ਬੰਦੇ। ਯਾਰ ਕੈਸੀ ਮਤਲਬ ਸਰਕਾਰਾਂ ਦੀਆਂ ਨੀਤੀਆਂ ਕੈਸੀਆਂ ਨੇ। ਆਪਣਾ ਘਰ ਹੋਵੇ, ਆਪਣਾ ਪਰਿਵਾਰ ਹੋਵੇ, ਆਪਣੀ ਜ਼ਮੀਨ ਹੋਵੇ ਤੇ ਮੁਲਕਾਂ ਦੀਆਂ ਲੜਾਈਆਂ ਦੇ ਪਿੱਛੇ ਤੁਸੀਂ ਆਪਣੇ ਬੰਦਿਆਂ ਨੂੰ ਕੁਰਬਾਨ ਕਰ ਦਿੰਦੇ ਹੋ। ਯਾਰ ਕੈਸੀਆਂ ਨੀਤੀਆਂ ਨੇ ਇਹ। ਇਹਨਾਂ ਨੀਤੀਆਂ ਦਾ ਹੀ ਵਿਰੋਧ ਕਰਨਾ ਪਏਗਾ। ਇਹਨਾਂ ਨੀਤੀਆਂ ਦੇ ਵਿਰੋਧ ਦੇ ਵਿੱਚੋਂ ਹੀ ਜੇ ਕਿਤੇ ਚੰਗੀ ਸਵੇਰ ਦੀ ਆਸ ਪਰ ਕਰਨੀ ਚਾਹੀਦੀ ਹੈ, ਰੱਖਣੀ ਚਾਹੀਦੀ ਹੈ। ਇਸ ਇਲਾਕੇ ਦੇ ਵਿੱਚੋਂ ਕਈ ਸ਼ਹੀਦ ਹੋਏ ਨੇ। ਇੱਕ ਨੌਜਵਾਨ ਮੁੰਡਾ ਇੱਥੇ ਨਾਲ ਪਿੰਡ ਹੈ ਘਰਿੰਡਾ, ਉੱਥੇ ਵੀ, ਤੇ ਇੱਕ ਹੋਰ ਨਾਲ ਪਿੰਡ ਹੈ ਮੋਦੇ ਪਿੰਡ ਹੈ ਇੱਥੇ, ਉੱਥੋਂ ਵੀ ਇੱਕ ਸ਼ਹੀਦ ਹੋਇਆ। ਜ਼ਿਲ੍ਹੇ ਗੁਰਦਾਸਪੁਰ ਨਾਲ ਹੀ ਹੱਦ ਲੱਗਦੀ ਹੈ ਗੁਰਦਾਸਪੁਰ ਦੀ। ਗੁਰਦਾਸਪੁਰ ਦੇ ਕਈ ਪਰਿਵਾਰਾਂ ਨੇ ਪਹੁੰਚ ਕੀਤੀ ਹੈ ਮੇਰੇ ਤੱਕ, ਉਹਨਾਂ ਕੋਲ ਵੀ ਜਾਣ ਦੀ ਕੋਸ਼ਿਸ਼ ਕਰਾਂਗੇ। ਪਿਆਰੇ ਦਰਸ਼ਕੋ, ਇਹ ਹੁਣ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਸ਼ਹੀਦ ਸੁਖਦੇਵ ਤਾਂ ਆਪਣਾ ਸਭ ਤੋਂ ਵੱਡਾ ਬਲੀਦਾਨ ਦੇ ਗਿਆ। 2 ਧੀਆਂ ਹਜੇ ਘਰ ਤੇ ਬੈਠੀਆਂ ਨੇ, 2 ਧੀਆਂ ਦਾ ਵਿਆਹ ਹੋ ਚੁੱਕਿਆ, 4 ਧੀਆਂ ਦਾ ਪਿਓ। ਇਸ ਸਿਸਟਮ ਨੇ, ਖੇਤੀਬਾੜੀ ਦੇ ਇਹ ਮਾੜੇ ਕਾਨੂੰਨਾਂ ਨੇ, ਜਿਵੇਂ ਉਹ ਤੋਮਰ ਨੇ ਕਿਹਾ, ਨਰਿੰਦਰ ਤੋਮਰ ਖੇਤੀਬਾੜੀ ਮੰਤਰੀ ਨੇ, ਕਿ ਸਰਕਾਰ ਇੱਕ ਕਦਮ ਪਿੱਛੇ ਹਟੀ ਹੈ। ਤਾਂ ਤੁਸੀਂ ਇਸ਼ਾਰਾ ਸਮਝ ਲਓ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਦੀ ਹਿੱਸੇਦਾਰੀ ਖਤਮ ਕਰ ਦਿੱਤੀ ਗਈ। ਖੇਤੀ ਕਾਨੂੰਨ ਬਦਲਵੇਂ ਰੂਪ ਦੇ ਵਿੱਚ ਲਾਗੂ ਕਰਨ ਦੀ ਤਿਆਰੀ ਹੋਏਗੀ, ਲਾਜ਼ਮੀ ਹੈ, ਇਹ ਜ਼ਰੂਰੀ ਹੈ। ਹੁਣ ਦਰਸ਼ਕਾਂ ਦਾ ਇਹ ਫਰਜ਼ ਬਣਦਾ ਹੈ ਕਿ ਸ਼ਹੀਦ ਸੁਖਦੇਵ ਦੇ ਘਰ ਦੀ ਤੁਹਾਨੂੰ ਮੈਂ ਝਾਤ ਦਿਖਾਤੀ। ਆ ਫਰਸ਼ ਜਿੱਥੇ ਮੇਰਾ ਪੈਰ ਲੱਗੇ ਨੇ ਕੱਚਾ ਹੈ, ਉੱਪਰਲੀਆਂ ਛੱਤਾਂ ਕੱਚੀਆਂ ਨੇ, 2 ਕਮਰਿਆਂ ਦਾ ਮਕਾਨ ਹੈ ਛੋਟਾ ਜਿਹਾ, 2 ਧੀਆਂ ਹਜੇ ਬੂਹੇ ਤੋਂ ਤੋਰਨ ਵਾਲੀਆਂ ਨੇ। ਦਰਸ਼ਕਾਂ ਦਾ ਫਰਜ਼ ਬਣਦਾ ਹੈ ਕਿ ਸ਼ਹੀਦ ਸੁਖਦੇਵ ਦੇ ਪਰਿਵਾਰ ਦੀ ਮਦਦ ਤੁਸੀਂ ਕਿਵੇਂ ਕਰਨੀ ਹੈ, ਇਹ ਤੁਹਾਡੇ ਤੇ ਨਿਰਭਰ ਹੈ। ਇਹ ਤੁਹਾਡੇ ਆਪਣੇ ਅਸਰ ਰਸੂਖ ਤੇ ਹੈ ਕਿ ਇਹਨਾਂ ਨੇ ਆਪਣਾ ਫਰਜ਼ ਨਿਭਾ ਦਿੱਤਾ, ਦਿੱਲੀ ਜਾ ਕੇ ਵੀ, ਤੇ ਦਿੱਲੀ ਤੋਂ ਮ੍ਰਿਤਕ ਰੂਪ ਦੇ ਵਿੱਚ ਜਾਂ ਸ਼ਹੀਦ ਹੋ ਕੇ ਵਾਪਸ ਆ ਕੇ ਵੀ ਸ਼ਹੀਦ ਸੁਖਦੇਵ ਨੇ, ਇਹਨਾਂ ਦੇ ਪਰਿਵਾਰਾਂ ਨੇ ਆਪਣਾ ਫਰਜ਼ ਨਿਭਾ ਦਿੱਤਾ। ਹੁਣ ਫਰਜ਼ ਨਿਭਾਉਣ ਦਾ ਵੇਲਾ ਸਾਡਾ ਅਤੇ ਸਾਡੇ ਪਿਆਰੇ ਦਰਸ਼ਕਾਂ ਦਾ, ਯਾਨੀ ਕਿ ਤੁਹਾਡਾ ਹੈ। ਦਿਓ ਆਗਿਆ ਕਿਸੇ ਹੋਰ ਸ਼ਹੀਦ ਪਰਿਵਾਰ ਦੀ ਬਾਤ ਸ਼ਹਾਦਤਾਂ ਸਫਰੇ ਕਿਸਾਨੀ ਸੰਘਰਸ਼ ਦੇ ਵਿੱਚ ਫਿਰ ਤੋਂ ਪਾਵਾਂਗਾ। ਸਤਿ ਸ਼੍ਰੀ ਅਕਾਲ।